ਅਸੀਂ ਸਾਰੇ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਦੀ ਯਾਦ ਦੇ ਵਿੱਚ ਜੋ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ, ਉਹਨੂੰ ਮਨਾਉਣ ਦੇ ਲਈ ਇਕੱਤਰ ਹੋਏ ਹਾਂ। ਤੇ ਇਹ ਘਟਨਾ ਕੋਈ ਬਹੁਤੀ ਪੁਰਾਣੀ ਨਹੀਂ ਹੈ, ਤੇ ਮੈਂ ਕੁਝ ਕੁ ਤੱਥ ਆਪ ਜੀ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਇਹ ਜਿਹੜੀ ਘਟਨਾ ਦਾ ਮੁੱਢ ਵੱਜਦਾ ਹੈ, ਇਹਨਾਂ ਦੋਵਾਂ ਨੂੰ ਅੱਜ ਦੇ ਦਿਨ ਪੂਨੇ ਦੀ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਇਹ 9 ਅਕਤੂਬਰ ਤੇ 1992 ਦਾ ਵਾਕਿਆ ਹੈ। ਹੁਣ ਜਦੋਂ ਇਹਨਾਂ ਦੋਵਾਂ ਨੂੰ ਫਾਂਸੀ ਦਿੱਤੀ ਗਈ ਹੈ ਤੇ ਉਹਦਾ ਕੋਈ ਕਾਰਨ ਵੀ ਹੋਵੇਗਾ, ਤੇ ਉਸ ਕਾਰਨ ਨੂੰ ਜਦੋਂ ਅਸੀਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਕਾਰਨ ਵੀ ਕੋਈ ਬਹੁਤਾ ਪੁਰਾਣਾ ਨਹੀਂ ਹੈ। ਜੂਨ 1984 ਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸੰਗਤਾਂ ਜਿਸ ਵੇਲੇ ਦਰਬਾਰ ਸਾਹਿਬ ਦੇ ਅੰਦਰ ਮਨਾਉਣ ਆਈਆਂ ਸੀ, ਉਸ ਵੇਲੇ ਭਾਰਤੀ ਫੌਜ ਦੇ ਵੱਲੋਂ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਹੈ, ਅਕਾਲ ਤਖਤ ਸਾਹਿਬ ਢਾਇਆ ਗਿਆ ਹੈ, ਤੇ ਉਸ ਵੇਲੇ ਜਦੋਂ ਇਸ ਗੱਲ ਦਾ ਪ੍ਰਤੀਕਰਮ ਕੌਮ ਦੇ ਵੱਲੋਂ ਆਇਆ ਹੈ, ਰੋਸ ਕੌਮ ਦੇ ਵੱਲੋਂ ਆਇਆ ਹੈ, ਤੇ ਉਹ ਇਸ ਗੱਲ ਦੇ ਵੱਲ ਆਇਆ ਸੀ ਕਿਉਂਕਿ ਇਹ ਹਮਲਾ ਸਿਰਫ ਬਿਲਡਿੰਗ ਦੇ ਉੱਤੇ ਨਹੀਂ ਹੈ। ਕੁਝ ਹਮਲੇ ਹੁੰਦੇ ਨੇ ਉਹ ਸਿਰਫ ਇਮਾਰਤਾਂ ਦੇ ਉੱਤੇ ਹੁੰਦੇ ਨੇ, ਕੁਝ ਹਮਲੇ ਹੁੰਦੇ ਨੇ ਜਿਹੜੇ ਦਿਲਾਂ ਦੇ ਉੱਤੇ ਹੁੰਦੇ ਨੇ। ਬਿਲਡਿੰਗ ਦੇ ਉੱਤੇ ਹਮਲਾ ਹੋ ਜਾਵੇ, ਬਿਲਡਿੰਗ ਦੁਬਾਰਾ ਬਣ ਜਾਂਦੀ ਹੈ। ਦਿਲਾਂ ਦੇ ਉੱਤੇ, ਵਿਸ਼ਵਾਸ ਦੇ ਉੱਤੇ ਹਮਲਾ ਹੋ ਜਾਵੇ, ਉਹ ਦੁਬਾਰਾ ਨਹੀਂ ਬਣਦੇ ਹੁੰਦੇ, ਔਰ ਕਦੀ ਵੀ ਨਹੀਂ ਬਣਦੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ। ਔਰ ਖਾਸ ਕਰਕੇ ਅਸੀਂ ਇਸ ਗੱਲ ਨੂੰ ਸ਼ੁਰੂ ਕਰਾਂਗੇ ਕਿ ਜਿਹੜਾ ਜਨਰਲ ਵੈਦਿਆ ਹੈ, ਜਿਹਨੂੰ ਅਰੁਣ ਸ਼੍ਰੀਧਰ ਵੈਦਿਆ ਵੀ ਕਿਹਾ ਜਾਂਦਾ ਹੈ, ਉਸ ਵੇਲੇ ਉਸ ਦਰਬਾਰ ਸਾਹਿਬ ਦੇ ਉੱਤੇ ਜਿਹੜੀ ਸੈਨਾ ਨੇ, ਫੌਜ ਨੇ ਹਮਲਾ ਕੀਤਾ ਹੈ, ਉਹਦਾ ਉਹ ਆਰਕੀਟੈਕਟ ਹੈ ਮੁੱਖ ਤੌਰ ਦੇ ਉੱਤੇ, ਕਿਉਂਕਿ ਹਿੰਦੁਸਤਾਨ ਦੀ ਫੌਜ ਦਾ ਉਹ ਮੁਖੀ ਹੈ। ਜੋ ਕੁਝ ਹੋਣਾ ਹੈ ਉਹਦੀ ਮਰਜ਼ੀ ਦੇ ਵਿੱਚ ਹੋਣਾ ਹੈ। ਹੁਣ ਇਸ ਵੇਲੇ ਜਿਹੜੇ ਨੌਜਵਾਨਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਰੋਹ ਸੀ ਵੀ ਜਿਨ੍ਹਾਂ ਨੇ ਸਾਡੇ ਧਾਰਮਿਕ ਅਸਥਾਨ ਦੀ ਬੇਅਦਬੀ ਕੀਤੀ ਹੈ, ਤੇ ਮੈਂ ਗੱਲ ਕੀਤੀ ਹੈ ਕਿਸੇ ਲਈ ਧਾਰਮਿਕ ਅਸਥਾਨ ਦੇ ਮਾਇਨੇ ਕੁਝ ਹੋ ਸਕਦੇ ਨੇ, ਉਹਨਾਂ ਦੇ ਧਾਰਮਿਕ ਅਕੀਦੇ ਦੇ ਵਿੱਚ ਧਾਰਮਿਕ ਅਸਥਾਨ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੇ ਨੇ। ਸਾਡੇ ਲਈ ਦਰਬਾਰ ਸਾਹਿਬ ਸਿਰਫ ਆਮ ਜਿਹਾ ਧਾਰਮਿਕ ਅਸਥਾਨ ਨਹੀਂ ਹੈ। ਤੁਸੀਂ ਵੀ ਦਰਸ਼ਨਾਂ ਦੇ ਲਈ ਜਾਂਦੇ ਜੇ, ਸਾਡੇ ਲਈ ਦਰਬਾਰ ਸਾਹਿਬ ਸਿਰਫ ਇੱਕ ਜਸਟ ਗੁਰਦੁਆਰਾ ਨਹੀਂ ਹੈ। ਮੈਂ ਇਹ ਸ਼ਬਦ ਵਰਤਾਂਗਾ, ਉਹਦੀ ਇਤਿਹਾਸਕ ਮਹੱਤਤਾ ਹੈ, ਉਹਦੀ ਰਾਜਨੀਤਿਕ ਮਹੱਤਤਾ ਹੈ, ਔਰ ਦਰਬਾਰ ਸਾਹਿਬ ਧਾਰਮਿਕ ਕੇਂਦਰ ਹੋਣ ਦੇ ਬਾਵਜੂਦ ਵੀ ਸਾਡੀ ਸ਼ਕਤੀ ਦਾ ਕੇਂਦਰ ਹੈ। ਔਰ ਸੁਭਾਵਿਕ ਗੱਲ ਹੈ ਵੀ ਜਿਹੜਾ ਸਾਡਾ ਸੈਂਟਰਲ ਅਸਥਾਨ ਹੈ, ਕੋਈ ਇਹਦੇ ਉੱਤੇ ਹਮਲਾ ਕਰੇਗਾ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਫਿਰ ਪੰਥ ਦਾ ਰਾਖਾ ਆਪ ਹੈ, ਉਹ ਇਹੋ ਜਿਹੇ ਵੀ ਪੈਦਾ ਕਰ ਦਿੰਦਾ। ਔਰ ਇਹ ਕੋਈ ਨਵੀਂ ਗੱਲ ਨਹੀਂ ਹੈ। ਥੋੜ੍ਹਾ ਜਿਹਾ ਮੈਂ ਪਿੱਛੋਂ ਆਪ ਜੀ ਦੇ ਅੱਗੇ ਇੱਕ ਗੱਲ ਸ਼ੁਰੂ ਕਰਾਂਗਾ। ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੇ ਗੱਲ ਲਿਖੀ ਹੈ। ਉਹ ਕਹਿੰਦੇ ਨੇ ਵੀ ਭਾਈ, ਜਦੋਂ ਤੁਸੀਂ ਦਰਬਾਰ ਸਾਹਿਬ ਐਂਟਰ ਹੁੰਦੇ ਜੇ ਤੇ ਬੜੇ ਚਾਅ ਦੇ ਨਾਲ ਤੁਸੀਂ ਪੌੜਾਂ ਦੇ ਉੱਤੇ ਜਿਹੜੀਆਂ ਪੌੜੀਆਂ ਲੱਗੀਆਂ ਨੇ ਉਹਨਾਂ ਦੇ ਉੱਤੇ ਪੈਰ ਵੀ ਰੱਖਦੇ ਜੇ, ਅਸੀਂ ਸਾਰੇ ਜਾਂਦੇ ਹਾਂ। ਤੇ ਫਿਰ ਕਹਿੰਦੇ ਵੇਖੋ ਤੁਸੀਂ ਹੱਸਦੇ ਵੀ ਜੇ, ਗੱਲਾਂ ਵੀ ਕਰਦੇ ਜਾਂਦੇ ਜੇ, ਤੇ ਤੁਸੀਂ ਇੱਦਾਂ ਦਰਬਾਰ ਸਾਹਿਬ ਦੀਆਂ ਪਰਿਕਰਮਾ ਕਰਦੇ ਜੇ। ਤੇ ਪਰ ਕਦੀ ਸੋਚ ਕੇ ਵੇਖਿਓ ਵੀ ਜਿਹੜੀਆਂ ਪਰਿਕਰਮਾ 'ਚ ਅਸੀਂ ਅੱਜ ਘੁੰਮਦੇ ਪਏ ਹਾਂ, ਇਹਨਾਂ ਪਰਿਕਰਮਾ ਦੀ ਆਜ਼ਾਦੀ ਦੀ ਖਾਤਰ ਤੇ ਇਸ ਪਰਿਕਰਮਾ ਦੇ ਵਿੱਚ ਇੰਨੇ ਜ਼ਿਆਦਾ ਸਿੰਘਾਂ ਦੇ ਸਿਰ ਲੱਗੇ ਹੋਏ ਨੇ ਵੀ ਜੇ ਉਹਨਾਂ ਸਾਰਿਆਂ ਸਿਰਾਂ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਰੱਖ ਦਈਏ, ਜੋੜ ਜੋੜ ਕੇ ਲਾਇਆ ਜਾਵੇ ਨਾ, ਜਿੰਨੇ ਸਿੱਖ ਸਿਰ ਇਸ ਅਸਥਾਨ ਦੇ ਲਈ ਕੁਰਬਾਨ ਹੋ ਗਏ ਨੇ, ਉਹਨਾਂ ਸਾਰਿਆਂ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਲਾਇਆ ਜਾਵੇ ਤੇ ਸ਼ਾਇਦ ਜਿਹੜੀਆਂ ਪਰਿਕਰਮਾ ਦੀ ਥਾਂ ਹੈ ਨਾ, ਉਹ ਥੋੜ੍ਹੀ ਪੈ ਜਾਵੇ। ਇੰਨੇ ਸਿਰ ਇਸ ਦਰਬਾਰ ਸਾਹਿਬ ਦੇ ਲਈ ਲੱਗੇ ਹੋਏ ਨੇ। ਔਰ ਕਹਿੰਦੇ ਜਦੋਂ ਤੁਸੀਂ ਤੁਰਦੇ ਜੇ ਨਾ ਉਹਨਾਂ ਪਰਿਕਰਮਾ ਦੇ ਵਿੱਚ, ਤੇ ਬੜੇ ਅਦਬ ਦੇ ਨਾਲ ਤੁਰਿਆ ਕਰੋ। ਤੁਸੀਂ ਅਸਲ ਦੇ ਵਿੱਚ ਸਲੈਬ ਦੇ ਉੱਤੇ ਨਹੀਂ ਤੁਰਦੇ ਪਏ ਹੁੰਦੇ, ਤੁਸੀਂ ਉਹਨਾਂ ਸਿੰਘਾਂ ਦੇ ਸਿਰਾਂ ਦੇ ਉੱਤੇ ਤੁਰਦੇ ਪਏ ਹੁੰਦੇ ਜੇ, ਜਿਨ੍ਹਾਂ ਦੇ ਕਰਕੇ ਅਸੀਂ ਇਸ ਅਸਥਾਨ ਨੂੰ ਬੜੇ ਮਾਣ ਦੇ ਨਾਲ ਕਹਿੰਦੇ ਹਾਂ ਵੀ ਸਾਡਾ ਦੁਨੀਆ ਦੇ ਵਿੱਚ ਸੈਂਟਰਲ ਅਸਥਾਨ ਹੈ।
ਜਿਹਦੇ ਵਰਗਾ ਦੁਨੀਆ ਦੇ ਉੱਤੇ ਕੋਈ ਸਥਾਨ ਨਹੀਂ। ਸਾਡੇ ਲਈ ਦਰਬਾਰ ਸਾਹਿਬ ਇਹ ਹੈ, ਆਮ ਜਿਹਾ ਨਹੀਂ ਹੈ ਸਾਡੇ ਲਈ। ਔਰ ਸਿਰਫ ਇਸ ਟਾਈਮ ਦੀ ਗੱਲ ਨਹੀਂ ਹੈ, ਇਹਦੇ ਤੋਂ ਜਦੋਂ ਅਸੀਂ ਪਿੱਛੇ ਦੀ ਗੱਲ ਕਰਦੇ ਹਾਂ, ਲਗਭਗ ਇੱਦਾਂ ਕਹਿ ਲਓ ਵੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਦਾ ਜਦੋਂ ਸਮਾਂ ਸਾਡੇ ਉੱਤੇ ਆਉਂਦਾ ਹੈ, ਭਾਵੇਂ ਉਹ ਅਹਿਮਦ ਸ਼ਾਹ ਅਬਦਾਲੀ ਹੋਵੇ, ਕੋਸ਼ਿਸ਼ ਉਹਦੀ ਵੀ ਇਹੋ ਹੀ ਸੀ ਵੀ ਦਰਬਾਰ ਸਾਹਿਬ ਢਹਿ ਢੇਰੀ ਕਰਨਾ। ਤੁਹਾਨੂੰ ਵੀ ਇਸ ਗੱਲ ਦੇ ਬਾਰੇ ਪਤਾ ਹੋਵੇਗਾ, ਉਹਨੇ ਹਰਿਮੰਦਰ ਸਾਹਿਬ ਦੇ ਉੱਤੇ ਜਦੋਂ ਅਟੈਕ ਕੀਤਾ ਤੇ ਉਹਨੇ ਬਿਲਡਿੰਗ ਤੋੜੀ ਹੈ ਦਰਬਾਰ ਸਾਹਿਬ ਦੀ। ਚਲੋ ਪੰਥ ਇਕੱਠਾ ਹੋਇਆ, ਉਹਨੇ ਫੇਰ ਬਿਲਡਿੰਗ ਬਣਾ ਲਈ। ਇਹ ਕੋਈ ਨਵੀਂ ਖੇਡ ਨਹੀਂ ਸੀ। ਜਹਾਨ ਖਾਨ ਆਇਆ, ਉਹਨੇ ਇਹ ਕੰਮ ਕੀਤਾ। ਤੇ ਜਿੰਨੀ ਵਾਰ ਵੀ ਦਰਬਾਰ ਸਾਹਿਬ ਦੀ ਬੇਅਦਬੀ ਹੁੰਦੀ ਰਹੀ ਹੈ ਵਿਰੋਧੀਆਂ ਦੇ ਵੱਲੋਂ, ਖਾਲਸੇ ਨੇ ਉਨੀ ਵਾਰ ਹੀ ਲਗਭਗ ਉਹਦਾ ਬਦਲਾ ਲੈ ਲਿਆ। ਬਾਬਾ ਦੀਪ ਸਿੰਘ ਇਸ ਲੜੀ ਦੇ ਵਿੱਚ ਆ ਜਾਂਦੇ ਨੇ, ਤੁਸੀਂ ਪੜ੍ਹਿਆ, ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਦੇ ਲਈ। ਮੱਸਾ ਰੰਗੜ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਬੇਅਦਬੀ ਕਰਦਾ ਹੈ। ਬੁੱਢਾ ਜੋੜ ਦੇ ਅਸਥਾਨ ਤੋਂ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦੋ ਜਾਣੇ ਆਉਂਦੇ ਨੇ, ਉਹਦਾ ਸਿਰ ਵੱਢ ਕੇ ਲੈ ਜਾਂਦੇ ਨੇ। ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਹੈ। ਇੱਕ ਘਟਨਾ ਦਾ ਜ਼ਿਕਰ ਅੰਗਰੇਜ਼ ਕਾਲ ਦੇ ਵੇਲੇ ਆਉਂਦਾ ਹੈ, ਲਗਭਗ 1848-49 ਦੇ ਇਲਾਕੇ ਦੀ ਘਟਨਾ ਹੈ। ਤੇ ਉਹ ਘਟਨਾ ਇੱਦਾਂ ਵਾਪਰਦੀ ਹੈ ਵੀ ਅੰਗਰੇਜ਼ਾਂ ਦਾ ਨਵਾਂ ਕਬਜ਼ਾ ਅਜੇ ਪੰਜਾਬ ਦੇ ਉੱਤੇ ਹੋਇਆ ਸੀ। ਤੇ ਪੰਜਾਬ ਦੇ ਉੱਤੇ ਕਬਜ਼ਾ ਹੋਣ ਦਾ ਉਹ ਮਤਲਬ ਇਹ ਸਮਝਦੇ ਸੀ ਵੀ ਸ਼ਾਇਦ ਸਾਡਾ ਦਰਬਾਰ ਸਾਹਿਬ ਦੇ ਉੱਤੇ ਵੀ ਕਬਜ਼ਾ ਹੋ ਗਿਆ। ਹੁਣ ਉਹਨਾਂ ਨੇ, ਉਹ ਕਹਿੰਦੇ ਵੀ ਉਹਨਾਂ ਦੇ ਇੱਕ ਅਫਸਰ ਜਿਹੜਾ ਸੀ, ਨਾਲ ਇੱਕ ਦੋ ਸਿਪਾਹੀ ਸੀ, ਦਰਬਾਰ ਸਾਹਿਬ ਦੇ ਅੰਦਰ ਆਇਆ ਤੇ ਜੋੜੇ ਪਾ ਕੇ ਅੰਦਰ ਆ ਗਿਆ। ਚਾਹੇ ਅਣਜਾਣਪੁਣੇ 'ਚ ਆ ਗਿਆ, ਚਾਹੇ ਆਪਣੀ ਆਕੜ ਦੇ ਵਿੱਚ ਆਇਆ ਕਿ ਅਸੀਂ ਜਿੱਤ ਗਏ ਤੇ ਇੱਦਾਂ ਹੀ ਲੰਘਣਾ ਹੈ। ਉੱਥੇ ਨਾ ਨਿਹੰਗ ਸਿੰਘ ਬੈਠੇ ਹੋਏ ਸੀ ਤੇ ਉਹਨਾਂ ਨੇ ਰੋਕਿਆ ਇਸ ਗੱਲ ਤੋਂ ਵੀ ਭਾਈ ਜੋੜੇ ਪਾ ਕੇ ਨਾ ਜਾ ਤੂੰ। ਤੇ ਹੋਇਆ ਕੀ, ਉਹ ਅੱਗੋਂ ਆਕੜ ਗਿਆ ਉਹਨਾਂ ਦੇ ਨਾਲ, ਕਿਉਂਕਿ ਰੁਤਬਾ ਸੀ, ਅਹੁਦਾ ਸੀ, ਤੇ ਰੁਤਬਾ ਆਕੜਦਾ ਹੈ ਹਰ ਵੇਲੇ ਵੀ ਮੈਂ ਤੇ ਇੱਦਾਂ ਹੀ ਕਰਾਂਗਾ। ਉਹ ਆਕੜ ਗਿਆ ਅੱਗੋਂ ਵੀ ਮੈਂ ਤੇ ਇੱਦਾਂ ਹੀ ਨਿਕਲਾਂਗਾ। ਉੱਥੇ ਹੱਥੋਂ ਪਾਈ ਹੋ ਗਈ। ਨਿਹੰਗ ਸਿੰਘਾਂ ਨੇ ਪਾਰ ਬੁਲਾ ਦਿੱਤਾ, ਨਿਹੰਗ ਸਿੰਘਾਂ ਨੇ ਸੋਧ ਦਿੱਤਾ। ਉਹ ਸੋਧ ਕੇ ਅਕਾਲ ਤਖਤ ਸਾਹਿਬ ਦੇ ਵਿੱਚ ਉਦੋਂ ਜਥੇਦਾਰ ਸੀ ਅਕਾਲੀ ਗੰਗਾ ਸਿੰਘ, ਨਿਹੰਗ ਸਿੰਘਾਂ ਦੇ ਜਥੇਦਾਰ ਸੀ ਉਸ ਵੇਲੇ। ਉਹ ਜਾ ਕੇ ਤੇ ਉਹਨਾਂ ਦੇ ਕੋਲ ਬੈਠ ਜਾਂਦੇ ਨੇ। ਫੌਜ ਆਉਂਦੀ ਹੈ, ਪੁਲਿਸ ਆਉਂਦੀ ਹੈ ਉਹਨਾਂ ਦੀ, ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਰਦੀ ਹੈ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਤੇ ਉਹ ਕਹਿੰਦੇ ਵੀ ਨਹੀਂ, ਅਸੀਂ ਪੇਸ਼ ਨਹੀਂ ਹੋਣਾ ਇੱਥੇ। ਉਹ ਬਾਅਦ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਬੰਦੇ ਵਿੱਚ ਪੈ ਕੇ ਤੇ ਉਹ ਸਮਰਪਣ ਕਰ ਦਿੰਦੇ ਨੇ ਵੀ ਚਲੋ ਠੀਕ ਹੈ ਜੀ, ਅਸੀਂ ਸਮਰਪਣ ਕਰ ਦਿੰਦੇ ਹਾਂ। ਉਹਨਾਂ ਨੂੰ ਨਾਲ ਅਕਾਲੀ ਗੰਗਾ ਸਿੰਘ ਨੂੰ, ਨਾਲ ਨਿਹੰਗ ਸਿੰਘਾਂ ਨੂੰ, 3 ਜਾਣਿਆਂ ਨੂੰ ਉਹ ਥੋੜ੍ਹੇ ਦਿਨਾਂ ਬਾਅਦ ਹੀ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ। ਕਾਰਨ ਕੀ ਬਣਿਆ ਸੀ? ਕਈਆਂ ਨੂੰ ਉਹ 7 ਸਾਲ ਦੀ ਕੈਦ ਵੀ ਹੁੰਦੀ ਹੈ। ਕਾਰਨ ਕੀ ਬਣਿਆ? ਸਿਰਫ ਇੰਨਾ ਕੁ ਵੀ ਇਹ ਜੋੜੇ ਪਾ ਕੇ ਦਰਬਾਰ ਸਾਹਿਬ ਆਇਆ ਸੀ। ਮੈਂ ਜਿੱਥੋਂ ਗੱਲ ਸ਼ੁਰੂ ਕਰਨੀ ਹੈ, ਕਿਉਂਕਿ ਇਹ ਗੱਲ ਸਮਝ ਨਹੀਂ ਆ ਸਕਦੀ ਬਹੁਤੇ ਬੰਦਿਆਂ ਦੇ। ਬਹੁਤਿਆਂ ਨੂੰ ਲੱਗਦਾ ਵੀ ਬਿਲਡਿੰਗ ਹੀ ਢੱਠੀ ਹੈ। ਬਿਲਡਿੰਗ ਢੱਠਣੀ ਨਹੀਂ ਹੁੰਦੀ, ਅਸਲ ਦੇ ਵਿੱਚ ਦਿਲ ਟੁੱਟਦੇ ਨੇ। ਔਰ ਜਦੋਂ ਦਿਲ ਟੁੱਟਦੇ ਨੇ, ਟੁੱਟੇ ਦਿਲਾਂ ਦਾ ਕੋਈ ਇਲਾਜ ਹੀ ਨਹੀਂ ਹੈ। ਇੱਥੇ ਜਿੰਨੀਆਂ ਮਰਜ਼ੀ ਕਿਤਾਬਾਂ ਲਿਖੀਆਂ ਜਾਣ ਤੇ ਜਿੰਨੇ ਮਰਜ਼ੀ ਫੈਸਲੇ ਕਰ ਦਿੱਤੇ ਜਾਣ, ਜਜ਼ਬਾਤਾਂ ਦੇ ਨਾਲ ਕਦੀ ਨਹੀਂ ਜਿਹੜੇ ਨੇ ਸਮਝੌਤੇ ਹੁੰਦੇ। ਹੁਣ ਜਿਹੜਾ ਇਹ 84 ਦਾ ਵੇਲਾ ਹੈ, ਦਰਬਾਰ ਸਾਹਿਬ ਦੇ ਉੱਤੇ ਫੌਜ ਨੇ ਹਮਲਾ ਕੀਤਾ ਹੈ। ਤੇ ਮੈਂ ਇੱਕ ਵਿੱਚੋਂ ਸਿਰਫ ਵਿਸ਼ੇ ਤੋਂ ਬਾਹਰ ਗੱਲ ਕਰਾਂਗਾ। ਬਹੁਤੀ ਵਾਰ ਸਾਨੂੰ ਨਾ ਉਹੀ ਪੜ੍ਹਾਇਆ ਜਾਂਦਾ ਤੇ ਅਸੀਂ ਪੜ੍ਹ ਲੈਂਦੇ ਹਾਂ, ਕਿਉਂਕਿ ਸਾਡੀ ਆਪਣੀ ਪੜ੍ਹਾਈ ਤੇ ਹੈ ਹੀ ਨਹੀਂ ਇਸ ਪਾਸੇ ਦੀ। ਸਾਨੂੰ ਇਹ ਸਿਖਾ ਦਿੱਤਾ ਗਿਆ ਵੀ ਦਰਬਾਰ ਸਾਹਿਬ ਦੇ ਅੰਦਰ ਸੰਤ ਜਰਨੈਲ ਸਿੰਘ ਤੇ ਬਾਕੀ ਜਿਹੜੀ ਸੰਗਤ ਸੀ, ਜਿਹੜੇ ਸਿੰਘ ਸੀ, ਉਹ ਹਥਿਆਰ ਲੈ ਕੇ ਬੈਠੇ ਹੋਏ ਸੀ ਤੇ ਤਾਂ ਕਰਕੇ ਫੌਜ ਨੇ ਹਮਲਾ ਕੀਤਾ। ਉਸੇ ਦਿਨ ਹੀ ਲਗਭਗ 40 ਦੇ ਕਰੀਬ ਹੋਰ ਗੁਰਦੁਆਰਿਆਂ ਦੀ ਬੇਅਦਬੀ ਕੀਤੀ ਗਈ, ਉਹ ਢਾਏ ਗਏ। ਉੱਥੇ ਕਿੱਥੇ ਸੰਤ ਜਰਨੈਲ ਸਿੰਘ ਸੀ? ਉੱਥੇ ਤੇ ਉਹ ਹੈ ਹੀ ਨਹੀਂ ਸੀ। ਉੱਥੇ ਕੌਣ ਸੀ? ਅਸਲ ਦੇ ਵਿੱਚ ਕਾਰਨ ਇਹ ਨਹੀਂ ਸੀ ਵੀ ਦਰਬਾਰ ਸਾਹਿਬ ਤੇ ਬਹਾਨਾ ਬਣਾ ਲਿਆ ਗਿਆ। ਇਹ ਹਮਲਾ ਸੀ ਆਤਮਾ ਦੇ ਉੱਤੇ, ਸਿੱਖੀ ਦੀ ਆਤਮਾ ਦੇ ਉੱਤੇ ਹਮਲਾ ਕਰਨਾ ਸੀ। ਔਰ ਇਹਦੇ ਵਿੱਚੋਂ ਜਿਹੜਾ ਰੋਹ ਪੈਦਾ ਹੋਇਆ ਸੀ, ਸੰਗਤ ਦਰਬਾਰ ਸਾਹਿਬ ਗਈ ਤੇ ਉਹਦੇ ਵਿੱਚ ਇਹ ਕੋਈ ਐਵੇਂ ਜਿਹੀਆਂ ਗੱਲਾਂ ਨਹੀਂ ਬਣ ਜਾਂਦੀਆਂ। ਜਿਨ੍ਹਾਂ ਦੋਵਾਂ ਦੇ ਬਾਰੇ ਅਸੀਂ ਗੱਲ ਕਰਦੇ ਪਏ ਹਾਂ, ਅਸਲ ਦੇ ਵਿੱਚ ਇਹਨਾਂ ਦੋਵਾਂ ਵਰਗੇ ਕਈ ਨੇ। ਚਲੋ ਅੱਜ ਅਸੀਂ ਇਹਨਾਂ ਦੋਵਾਂ ਦਾ ਗੱਲ ਕਰਾਂਗੇ। ਤੇ ਉਹਨਾਂ ਨੇ ਤੇ ਖਾਸ ਕਰਕੇ ਇਹ ਗੱਲ ਕਹੀ ਹੈ, ਅੰਤ ਦੇ ਵਿੱਚ ਪਤਾ ਨਹੀਂ ਗੱਲ ਯਾਦ ਆਵੇ ਕਿ ਨਾ ਆਵੇ, ਇਸ ਕਰਕੇ ਮੈਂ ਪਹਿਲਾਂ ਕਹਿ ਦੇਵਾਂ। ਜਿੱਦਣ ਉਹਨਾਂ ਨੂੰ ਫਾਂਸੀ ਹੋਣੀ ਸੀ ਤੇ ਉਹਨੂੰ ਅੰਤਮ ਇੱਛਾ ਦੇ ਵਿੱਚ ਪਰਿਵਾਰ ਨੂੰ ਪਤਾ ਕੀ ਕਹਿ ਕੇ ਜਾਂਦੇ ਨੇ? ਦੇ ਸਾਡੀ ਸ਼ਹੀਦੀ ਦਾ ਨਾਂ ਤਾਂ ਤੁਸੀਂ ਕੋਈ ਪੋਲੀਟੀਕਲ ਫਾਇਦਾ ਲੈਣਾ ਹੈ ਕਿ ਤੁਸੀਂ ਰਾਜਨੀਤੀ ਵਿੱਚ ਆ ਕੇ ਤੇ ਸਾਡੇ ਨਾਮ ਵਰਤ ਕੇ ਫਾਇਦੇ ਲੈਂਦੇ ਰਹੋ। ਸਾਡੀ ਸ਼ਹੀਦੀ ਦਾ ਨਾਂ ਤਾਂ ਤੁਸੀਂ ਪੋਲੀਟੀਕਲ ਫਾਇਦਾ ਲੈਣਾ ਹੈ ਤੇ ਨਾ ਤੁਸੀਂ ਸਾਡੀ ਯਾਦ ਦੇ ਵਿੱਚ ਕੋਈ ਗੁਰਦੁਆਰਾ ਬਣਾਉਣਾ ਹੈ। ਇਹ ਉਹਨਾਂ ਦੀ ਸੋਚ ਹੈ।
ਔਰ ਵੇਖਣ ਨੂੰ ਜਿਸ ਵੇਲੇ ਦਰਬਾਰ ਸਾਹਿਬ ਅਟੈਕ ਹੋਇਆ ਸੀ ਤੇ ਇਹਨਾਂ ਦੀ ਉਮਰ 1962 ਦੇ ਵਿੱਚ ਜਨਮ ਹੁੰਦਾ ਹੈ ਸੁਖਦੇਵ ਸਿੰਘ ਸੁੱਖਾ ਦਾ, ਰਾਜਸਥਾਨ ਦੇ ਨਾਲ ਸੰਬੰਧ ਰੱਖਦਾ ਹੈ ਇਹ ਸਿੰਘ। 1961 ਦੇ ਵਿੱਚ ਹਰਜਿੰਦਰ ਸਿੰਘ ਜਿੰਦੇ ਦਾ ਜਨਮ ਹੁੰਦਾ ਹੈ, ਇਹ ਅੰਮ੍ਰਿਤਸਰ ਦੇ ਨਾਲ ਸੰਬੰਧ ਰੱਖਦਾ, ਗਦਲੀ ਪਿੰਡ ਹੈ ਇਹਦਾ। ਤੁਸੀਂ ਸੋਚ ਲਓ ਵੀ ਲਗਭਗ 22 ਸਾਲ ਦੀ ਉਮਰ ਹੈ ਇੱਕ ਜਾਣੇ ਦੀ, ਤੇ ਇੱਕ ਜਾਣੇ ਦੀ ਉਮਰ 21 ਸਾਲ ਦੀ ਹੈ ਉਸ ਵੇਲੇ, ਵਾਹਿਗੁਰੂ 23 ਸਾਲ ਦੀ ਹੈ। ਹੁਣ ਇਹ ਵੀ ਨਹੀਂ ਵੀ ਐਵੇਂ ਹੀ ਅਣਜਾਣ ਜਿਹੇ ਬੱਚੇ ਨੇ। ਇੱਕ BA ਸੈਕੰਡ ਈਅਰ ਦਾ ਸਟੂਡੈਂਟ ਹੈ, ਖਾਲਸਾ ਕਾਲਜ ਅੰਮ੍ਰਿਤਸਰ ਦਾ ਸਟੂਡੈਂਟ ਹੈ BA ਸੈਕੰਡ ਈਅਰ ਦਾ, ਦੂਸਰਾ MA ਇੰਗਲਿਸ਼ ਕਰਦਾ ਪਿਆ ਹੈ। ਅਣਜਾਣ ਜਿਹੇ ਬੰਦੇ ਨਹੀਂ ਨੇ ਵੀ ਐਵੇਂ ਹੀ ਸਾਰੀ ਉਹਨਾਂ ਨੇ, ਮੈਂ ਚਲੋ ਕਿਉਂਕਿ ਇਹ ਸੀਕੁਐਂਸ ਦੇ ਵਿੱਚ ਗੱਲਾਂ ਆਉਣਗੀਆਂ ਤਾਂ ਜ਼ਿਆਦਾ ਬੈਟਰ ਹੋ ਜਾਣਗੀਆਂ। ਰਾਸ਼ਟਰਪਤੀ ਨੂੰ ਚਿੱਠੀ ਲਿਖੀ ਸੀ ਆਪਣੀ ਸਜ਼ਾ ਹੋਣ ਤੋਂ ਬਾਅਦ, ਤੇ ਉਹਨਾਂ ਨੇ ਜਿਹੜੀਆਂ ਦਲੀਲਾਂ ਦਿੱਤੀਆਂ ਨੇ, ਚੰਗੇ ਭਲੇ ਦੁਨੀਆ ਦੇ ਲੀਡਰਾਂ ਦੇ ਨਾਮ ਲਏ ਨੇ ਵੀ ਆਹ ਵੇਖੋ ਇਹਨੇ ਕਿੱਦਾਂ ਕੀਤਾ। ਉਹ ਐਵੇਂ ਅਨਪੜ੍ਹ ਜਿਹੇ ਬੰਦੇ ਨਹੀਂ ਸੀ ਪਿਆ ਕਹਿ ਦੀ ਪਿਆ ਐਵੇਂ ਰੋਹ ਦੇ ਵਿੱਚ ਆ ਕੇ ਤੇ ਤੁਰ ਪਏ। ਪਰ ਜਜ਼ਬਾਤਾਂ ਦੇ ਨਾਲ ਸਾਂਝ ਨਹੀਂ ਪਾਈ ਜਾਂਦੀ ਹੁੰਦੀ। ਜਿੱਥੇ ਜਜ਼ਬਾਤ ਹੋ ਗਏ ਨੇ ਉੱਥੇ ਫਿਰ ਜਜ਼ਬਾਤ ਹੀ ਹਾਵੀ ਹੁੰਦੇ ਨੇ, ਉਹਨੂੰ ਦੁਨੀਆ ਦੇ ਬੰਦੇ ਜਿੱਦਾਂ ਮਰਜ਼ੀ ਲਈ ਜਾਣ। ਇਹਨਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਖਿਆਲ ਸੀ। ਇਹਨਾਂ ਦੀ ਮੂਵਮੈਂਟ ਦਾ ਜ਼ਿਆਦਾ ਸੈਂਟਰ ਨਾ ਪੰਜਾਬ ਤੋਂ ਬਾਹਰ ਰਿਹਾ ਹੈ, ਔਰ ਉਹਦੇ ਵਿੱਚ ਤੁਸੀਂ ਸਤਿਕਾਰਯੋਗ ਬਜ਼ੁਰਗ ਬੈਠੇ ਜੇ, ਮੇਰਾ ਸੰਬੰਧ ਪੰਜਾਬ ਦੇ ਨਾਲ ਹੈ। ਮੈਂ ਅਜੇ ਵੀ ਇੱਥੇ ਕਈਆਂ ਬਜ਼ੁਰਗਾਂ ਦੇ ਕੋਲ ਬਹਿ ਕੇ ਸੁਣਦਾ ਹੁੰਦਾ ਅਤੇ ਮੈਂ ਵੇਖਦਾ ਹੁੰਦਾ ਵੀ ਕਿੰਨੇ ਕਸ਼ਟ ਚੱਲੇ। ਨਵੰਬਰ ਨੂੰ ਭੁੱਲਿਆ ਨਹੀਂ ਹੈ ਕਿਸੇ ਨੇ, 84 ਦੇ ਵਿੱਚੋਂ ਤੁਹਾਡੇ ਵਿੱਚੋਂ ਬਹੁਤਿਆਂ ਨੇ। ਉਹਦੇ ਵਿੱਚ ਕੀ ਹੈ ਵੀ ਜਿਹੜੇ ਬੰਦੇ ਮੁੱਖ ਤੌਰ ਦੇ ਉੱਤੇ ਸ਼ਾਮਲ ਸੀ, ਜਿਨ੍ਹਾਂ ਨੇ ਭੀੜਾਂ ਨੂੰ ਤਿਆਰ ਕੀਤਾ ਹੈ ਵੀ ਲੋਕਾਂ ਨੂੰ ਖਤਮ ਕਿੱਦਾਂ ਕਰਨਾ ਹੈ, ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਸੀ। ਉਹਨਾਂ ਬੰਦਿਆਂ ਨੂੰ ਖਤਮ ਕਰਨ ਦੇ ਵਿੱਚ ਜਿਹੜੇ ਬੰਦੇ ਨੇ ਉਹ ਇਹਨਾਂ ਦਾ ਨਾਮ ਆ ਜਾਂਦਾ, ਭਾਈ ਸੁਖਦੇਵ ਸਿੰਘ ਦਾ ਨਾਮ ਆ ਜਾਂਦਾ। ਔਰ ਇੱਕ ਕੇਸ ਨਹੀਂ ਸੀ ਇਹਨਾਂ ਦੇ ਉੱਤੇ, ਚਲੋ ਅਸੀਂ ਨਾਲ ਨਾਲ ਗੱਲ ਕਰੀ ਜਾਵਾਂਗੇ। ਜਿੱਥੇ ਇਹ ਘਟਨਾ ਵਾਪਰਦੀ ਹੈ ਉਹਦੇ ਵਿੱਚ ਇਹ ਵਾਪਰਦਾ ਹੈ ਵੀ 84 ਦੇ ਵਿੱਚ ਉਹ ਹਮਲਾ ਕਰਦਾ ਹੈ, ਫਿਰ ਰਿਟਾਇਰ ਹੋ ਕੇ ਤੇ ਪੂਨੇ ਸ਼ਿਫਟ ਹੋ ਜਾਂਦਾ ਹੈ। ਜਰਨਲ ਵੈਦਿਆ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ। ਇਹਨਾਂ ਦੀ ਸੋਚ ਇਹ ਸੀ ਵੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਨੇ ਇਕੱਲੇ ਇਕੱਲੇ ਲੱਭ ਕੇ ਤੇ ਖਤਮ ਕਰਨੇ ਨੇ, ਕਿਉਂਕਿ ਉਹਦੇ ਵਿੱਚ ਕਾਰਨ ਸਭ ਤੋਂ ਵੱਡਾ ਇਹ ਸੀ ਕਿਸੇ ਆਮ ਲੋਕ ਨੂੰ ਨਹੀਂ ਸੀ ਮਾਰਿਆ ਗਿਆ ਇਹਨਾਂ ਦੇ ਵੱਲੋਂ। ਔਰ ਅੱਗੇ ਜਾ ਕੇ ਤੁਹਾਨੂੰ ਹੋਰ ਦੱਸਾਂਗਾ ਇਹਦੇ ਬਾਰੇ। ਕਿਸੇ ਆਮ ਲੋਕ ਨੂੰ ਨਹੀਂ, ਸਿਵਿਲੀਅਨ ਨੂੰ ਕਿਤੇ ਵੀ ਜਾ ਕੇ ਇਹਨਾਂ ਦੇ ਵੱਲੋਂ ਇਹ ਨਹੀਂ ਕੀਤਾ ਗਿਆ ਵੀ ਤੰਗ ਕਰਨਾ, ਜਾਣ ਬੁੱਝ ਕੇ ਤੰਗ ਕਰਨਾ। ਹਾਲਾਂਕਿ ਇਹ ਇੱਦਾਂ ਦੇ ਵਾਕਿਆਤ ਨੇ ਵੀ ਸਮਝ ਲਓ ਵੀ ਪੂਰੇ ਇੱਕ ਚੈਪਟਰ ਦੇ ਵਿੱਚ ਹੀ ਕਈ ਦਿਨਾਂ ਵਾਲੀ ਖੇਡ ਵਾਪਰ ਜਾਂਦੀ ਹੈ। ਪਰ ਚਲੋ ਅਸੀਂ ਸੰਖੇਪ ਕਰ ਲਈਏ। ਇਹਨਾਂ ਦੇ ਦਿੱਲੀ ਦੇ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਗ੍ਰਿਫਤਾਰ ਹੋ ਜਾਂਦਾ, ਭਾਈ ਸੁਖਦੇਵ ਸਿੰਘ ਸੁੱਖਾ ਪੂਨੇ ਦੇ ਵਿੱਚ ਗ੍ਰਿਫਤਾਰ ਹੋ ਜਾਂਦਾ। ਪਰ ਗ੍ਰਿਫਤਾਰੀ ਤੋਂ ਪਹਿਲਾਂ ਜਦੋਂ ਇਹ ਪੰਜਾਬ ਤੋਂ ਪੂਨੇ ਜਾਂਦੇ ਨੇ, ਕਿਉਂਕਿ ਮਹਾਰਾਸ਼ਟਰ ਤੋਂ ਪੂਨੇ ਜਾਂਦੇ ਨੇ, ਤੇ ਉੱਥੇ ਇਹ ਕੀ ਕਰਦੇ ਨੇ ਵੀ ਪਹਿਲਾਂ ਜਨਰਲ ਵੈਦਿਆ ਦਾ ਘਰ ਲੱਭਦੇ ਨੇ। ਇਹਨਾਂ ਨੇ ਲਾਗੇ ਕਿਰਾਏ ਤੇ ਘਰ ਲਿਆ ਹੋਇਆ ਸੀ, ਉਹਦਾ ਘਰ ਲੱਭਦੇ ਨੇ। ਜਦੋਂ ਘਰ ਲੱਭਦੇ ਨੇ ਉਹਦੀ ਗੱਡੀ ਦਾ ਨੰਬਰ, ਕਿਉਂਕਿ ਮਰੂਤੀ ਕਾਰ ਹੁੰਦੀ ਸੀ ਉਹਦੇ ਕੋਲੋਂ, ਉਹਨੂੰ ਪਤਾ ਲੱਗ ਜਾਂਦਾ ਵੀ ਹਾਂ ਵੀ ਗਾਰਡ ਵੀ ਉਹੀ ਨੇ, ਸਾਰੇ ਉਹ ਨੇ। ਉਹਨੂੰ ਲੱਭਦੇ ਨੇ ਲਗਭਗ 10 ਅਗਸਤ ਤੇ 1986। ਉਸ ਵੇਲੇ ਇਹ ਉਹਦਾ ਜਦੋਂ ਘਰ ਲੱਭਦੇ ਨੇ ਤੇ ਉਹ ਕੀ ਕਰਦਾ, ਆਪਣੇ ਘਰੋਂ ਨਿਕਲਦਾ ਹੈ ਬਾਹਰ ਮਾਰਕੀਟ ਦੇ ਵਿੱਚ ਸਬਜ਼ੀ ਖਰੀਦਣ ਦੇ ਲਈ ਜਾਂ ਹੋਰ ਚੀਜ਼ਾਂ ਸਮਾਨ ਦੇ ਨਾਲ ਲੈਣ ਦੇ ਲਈ ਆਉਂਦਾ, ਤੇ ਨਾਲ ਉਹਦੀ ਘਰ ਵਾਲੀ ਤੇ ਨਾਲ ਇੱਕ ਗਾਰਡ ਹੈ ਉਹਦਾ, ਗੱਡੀ ਖੁਦ ਚਲਾ ਰਿਹਾ ਹੁੰਦਾ। ਉਸ ਵੇਲੇ ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਇਹ ਵੇਖਦੇ ਨੇ ਵੀ ਇਹ ਜਿਹੜਾ ਹੈ ਇਹ ਬਾਹਰ ਨਿਕਲਿਆ, ਕਿਉਂਕਿ ਅੱਖ ਉਹਨਾਂ ਦੀ ਇਹ ਸੀ ਵੀ ਇਹਨੂੰ ਖਤਮ ਕਰਨਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ। ਉਹਨਾਂ ਨੂੰ ਕਹਿੰਦੇ ਵੀ ਅੱਜ ਮੌਕਾ ਲੱਭ ਗਿਆ, ਅੱਜ ਇਹਨੂੰ ਘਰ ਨਹੀਂ ਜਾਣ ਦੇਣਾ। ਉਹ ਜਿਸ ਵੇਲੇ ਗੱਡੀ ਖੁਦ ਚਲਾ ਰਿਹਾ ਸੀ, ਬਾਈਕ ਜਿਹੜੀ ਹੈ ਉਹਦੇ ਸਾਹਮਣੇ ਕਰਕੇ, ਗੱਡੀ ਦੇ ਬਰਾਬਰ ਕਰਕੇ, ਤੇ ਇਹਨਾਂ ਨੇ ਗੋਲੀਆਂ ਚਲਾਈਆਂ ਨੇ। ਤੇ ਮੈਂ ਇਹ ਬੇਨਤੀ ਕਰ ਦੇਵਾਂ, ਉਹ ਕਹਿੰਦੇ ਵੀ ਜਦੋਂ ਉਹਨਾਂ ਨੇ ਖੁਦ ਸਵੀਕਾਰ ਕੀਤਾ ਹੈ, ਕੋਈ ਗਵਾਹ ਨਹੀਂ ਸੀ ਇਹਨਾਂ ਦੇ ਖਿਲਾਫ, ਕਿਸੇ ਨੇ ਗਵਾਹੀ ਨਹੀਂ ਦਿੱਤੀ ਹੈ, ਸਿਰਫ ਇੱਕ ਗਵਾਹ ਭੁਗਤਿਆ ਹੈ, ਕੋਈ ਗਵਾਹ ਨਹੀਂ ਸੀ ਇਹਨਾਂ ਦੇ ਖਿਲਾਫ, ਔਰ ਇਹ ਸਰਕਾਰੀ ਰਿਪੋਰਟ ਹੈ। ਉਹ ਕਹਿੰਦੇ ਜਦੋਂ ਅਸੀਂ ਗੋਲੀਆਂ ਚਲਾਈਆਂ ਨੇ ਨਾ, ਤੇ ਇਹਦੇ ਮੂੰਹ ਦੇ ਵਿੱਚੋਂ ਖੂਨ ਜਦੋਂ ਵਗਣਾ ਸ਼ੁਰੂ ਹੋ ਗਿਆ ਤੇ ਸਟੀਅਰਿੰਗ ਨਾਲ ਇਹਦਾ ਸਿਰ ਵੱਜ ਗਿਆ, ਫਿਰ ਸਾਨੂੰ ਯਕੀਨ ਹੋ ਗਿਆ ਵੀ ਹਾਂ ਇਹਦਾ ਕੰਮ ਹੋ ਗਿਆ। ਤੇ ਉਹ ਇੱਕ ਗੋਲੀ, ਚਲੋ ਉਹ ਬਾਅਦ ਦੇ ਵਿੱਚ ਕਹਿੰਦੇ ਸਾਨੂੰ ਪਤਾ ਲੱਗਾ ਵੀ ਗੋਲੀ ਪਤਨੀ ਨੂੰ ਵੀ ਵੱਜ ਗਈ ਹੈ, ਉਹ ਬਾਅਦ ਦੇ ਵਿੱਚ ਬਿਮਾਰ ਰਹੀ। ਪਰ ਸਾਡਾ ਕੋਈ ਇਹੋ ਜਿਹਾ ਹੈ ਹੀ ਨਹੀਂ ਸੀ, ਇੰਟੈਂਸ਼ਨ ਹੈ ਹੀ ਨਹੀਂ ਸੀ ਵੀ ਅਸੀਂ ਉਹਦੀ ਪਤਨੀ ਨੂੰ ਵੀ ਗੋਲੀ ਮਾਰਨੀ ਹੈ, ਅਸੀਂ ਨਹੀਂ ਸੀ ਗੋਲੀ ਮਾਰਨੀ ਉਹਨੂੰ। ਚਲੋ ਉਹਦਾ ਜ਼ਿਕਰ ਅਸੀਂ ਅੱਗੇ ਕਰਦੇ ਹਾਂ ਜਾ ਕੇ। ਉਹ ਹੋਇਆ, ਇਹ ਨਿਕਲ ਜਾਂਦੇ ਨੇ ਉੱਥੋਂ ਗੋਲੀ ਚਲਾ ਕੇ, ਲਾਗੇ ਪੁਲਿਸ ਥਾਣਾ ਸੀ, ਉੱਥੋਂ ਨਿਕਲ ਜਾਂਦੇ ਨੇ। ਅਗਲੇ ਉਸ ਵੇਲੇ ਤੇ ਕੁਝ ਨਹੀਂ, ਕੋਈ ਨਹੀਂ ਫੜਿਆ ਜਾਂਦਾ ਦੋਵਾਂ ਦੇ ਵਿੱਚੋਂ, ਵੱਖਰੇ ਵੱਖਰੇ ਥਾਂ ਦੇ ਉੱਤੇ। ਇੱਕ ਰਾਤ ਇਹ ਰਹਿੰਦੇ ਨੇ ਦੁਰਗ ਦੇ ਵਿੱਚ ਰਹਿੰਦੇ ਨੇ, ਫਿਰ ਇਹ ਕਲਕੱਤੇ ਨਿਕਲ ਜਾਂਦੇ ਨੇ। ਅਗਲੇ ਮਹੀਨੇ ਭਾਈ ਸੁਖਦੇਵ ਸਿੰਘ ਤੇ ਇੱਕ ਭਾਈ ਨਿਰਮਲ ਸਿੰਘ ਨੇ, ਇਹ ਜਾਂਦੇ ਨੇ ਫਿਰ ਵਾਪਸ ਪੂਨੇ। ਇੱਦਾਂ ਕਹਿ ਲਓ ਵੀ ਕੁਝ ਖੇਡਾਂ ਕਿਸਮਤ ਦੀਆਂ ਇੱਦਾਂ ਹੁੰਦੀਆਂ ਨੇ। ਇਹ ਗਏ ਤੇ ਉੱਥੇ ਹਥਿਆਰ ਲੈਣ ਦੇ ਲਈ ਸੀ, ਪਰ ਇਹਨਾਂ ਦਾ ਐਕਸੀਡੈਂਟ ਹੋ ਜਾਂਦਾ।
ਐਕਸੀਡੈਂਟ ਹੋਇਆ, ਟਰੱਕ ਵੱਜ ਗਿਆ ਇਹਨਾਂ ਦੇ ਬਾਈਕ ਦੇ ਵਿੱਚ, ਤੇ ਉਹ ਜਦੋਂ ਡਿੱਗੇ ਨੇ ਸੱਟਾਂ ਜ਼ਿਆਦਾ ਲੱਗ ਗਈਆਂ ਇਹਨਾਂ ਨੂੰ, ਤੇ ਇਹ ਸੋਚਿਆ ਵੀ ਚਲੋ ਨਿਕਲਦੇ ਹਾਂ ਵਾਪਸ। ਉਹ ਜਦੋਂ ਨਿਕਲਣ ਲੱਗੇ ਨੇ ਤੇ ਨਿਕਲਣ ਤੋਂ ਜਿਹੜਾ ਆਟੋ ਇਹਨਾਂ ਨੇ ਲਿਆ ਸੀ ਉਹ ਆਟੋ ਫਿਰ ਉਸੇ ਥਾਂ ਦੇ ਉੱਤੇ ਆ ਗਿਆ ਜਿਹੜੀ ਥਾਂ 'ਤੇ ਇਹਨਾਂ ਦਾ ਐਕਸੀਡੈਂਟ ਹੋਇਆ ਸੀ। ਉੱਥੇ ਪੁਲਿਸ ਕਾਫੀ ਆ ਚੁੱਕੀ ਸੀ। ਹੁਣ ਉੱਥੇ ਜਿਹੜਾ ਹੈ ਉਹ ਪਹਿਲਾਂ ਤਾਂ ਇਹਨਾਂ ਨੂੰ ਉਹ ਚੰਗੀ ਤਰ੍ਹਾਂ ਫੜ ਕੇ ਤੇ ਜਿਹੜਾ ਲੋਕਲ ਥਾਣਾ ਉੱਥੇ ਲੈ ਕੇ ਜਾਇਆ ਜਾਂਦਾ। ਜਦੋਂ ਲੋਕਲ ਥਾਣੇ ਦੇ ਵਿੱਚ ਲੈ ਕੇ ਜਾਂਦੇ ਨੇ ਤੇ ਉਹ ਪਹਿਲਾਂ ਤਾਂ ਇਹਨਾਂ ਸੋਚਿਆ ਨਹੀਂ ਵੀ ਅਸੀਂ ਇਹ ਗੱਲ ਕਰਾਂਗੇ। ਉਹ ਜਦੋਂ ਉੱਥੇ ਲੈ ਕੇ ਜਾਇਆ ਜਾਂਦਾ ਤਾਂ ਦੱਸਦੇ ਨੇ ਵੀ ਉੱਥੋਂ ਦਾ ਇੱਕ ਨਾ ਜਿਹੜਾ ਮੇਨ ਥਾਣੇਦਾਰ ਸੀ ਜਾਂ SHO ਸੀ ਜਿਹੜਾ ਵੀ ਹੈ ਸੀ, ਉਹਨੂੰ ਜਾ ਕੇ ਕਹਿੰਦੇ ਵੀ ਅਸੀਂ ਮਾਰਿਆ ਵੈਦਿਆ ਨੂੰ। ਉਹ ਕਹਿੰਦੇ ਵੀ ਉਹਦੀ ਜਾਨ 'ਤੇ ਬਣ ਗਈ ਵੀ ਮੈਂ ਕਿਹਨਾਂ ਨੂੰ ਫੜ ਲਿਆ। ਤੇ ਉਹਨੇ ਜਾ ਕੇ ਕਮਿਸ਼ਨਰ ਨੂੰ ਜਿਹੜਾ ਦੱਸਿਆ ਤੇ ਚਲੋ ਇੱਥੋਂ ਇਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ। ਜਿਸ ਵੇਲੇ ਮਾਰਿਆ ਉਸ ਵੇਲੇ ਗ੍ਰਿਫਤਾਰ ਨਹੀਂ ਹੋਏ, ਅਗਲੇ ਮਹੀਨੇ ਐਕਸੀਡੈਂਟ ਹੋ ਗਿਆ ਤੇ ਫਿਰ ਜਾ ਕੇ ਗ੍ਰਿਫਤਾਰ ਹੁੰਦੇ ਨੇ। ਇੱਧਰੋਂ ਜਿਹੜਾ ਦੂਸਰਾ ਸਿੰਘ ਸੀ ਜਿਹੜਾ ਬਾਈਕ ਚਲਾ ਰਿਹਾ ਸੀ, ਕਿਉਂਕਿ ਭਾਈ ਸੁੱਖੇ ਨੇ ਗੋਲੀਆਂ ਮਾਰੀਆਂ ਨੇ ਤੇ ਬਾਈਕ ਚਲਾ ਰਿਹਾ ਸੀ ਭਾਈ ਹਰਜਿੰਦਰ ਸਿੰਘ ਜਿੰਦਾ, ਇਹ ਪੰਜਾਬ ਆ ਜਾਂਦਾ ਹੈ। ਇਹ ਦਿੱਲੀ ਦੇ ਵਿੱਚ ਆ ਕੇ ਗ੍ਰਿਫਤਾਰ ਹੁੰਦੇ ਨੇ। ਇਹ ਲਗਭਗ 87 ਦੀ ਘਟਨਾ ਹੈ, ਉਹ ਤੋਂ ਸਾਲ ਡੇਢ ਸਾਲ ਬਾਅਦ ਦੀ ਘਟਨਾ ਹੈ। ਦਿੱਲੀ ਦੇ ਵਿੱਚ ਮਜਨੂ ਕੇ ਟਿੱਲੇ ਲਾਗੇ ਇਹਨਾਂ ਦੇ ਬਾਰੇ ਕੋਈ ਖਬਰ ਕਰਦਾ ਹੈ, ਕਿਉਂਕਿ ਇਹਦੀ ਪਹਿਚਾਣ ਸੀ ਪੁਲਿਸ ਨੂੰ ਪਹਿਲਾਂ ਵੀ ਕਈ ਵਾਰ, ਉਹ ਜਿਹੜਾ ਹੈ ਉਹਨਾਂ ਕੇਸਾਂ ਦੇ ਵਿੱਚ ਭਾਈ ਹਰਜਿੰਦਰ ਸਿੰਘ ਦੀ ਪਹਿਚਾਣ ਸੀ। ਔਰ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਜਾਣਾ, ਗ੍ਰਿਫਤਾਰ ਹੋਣ ਤੋਂ ਪਹਿਲਾਂ ਸਕੂਟਰ 'ਤੇ ਸੀ ਤੇ ਇਹਦੀਆਂ ਲੱਤਾਂ ਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਨੇ। ਤੇ ਜਿਸ ਵੇਲੇ ਇਹਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਇਆ ਜਾ ਰਿਹਾ, ਇਹਦੀਆਂ ਦੋਵੇਂ ਲੱਤਾਂ ਲਮਕੀਆਂ ਪਈਆਂ ਸੀ, ਗੋਲੀਆਂ ਮਾਰੀਆਂ ਗਈਆਂ। ਤੇ ਚਲੋ ਬਾਅਦ 'ਚ ਆਰਮੀ ਹਸਪੀਟਲ ਦੇ ਵਿੱਚ ਇਹਨਾਂ ਦਾ ਇਲਾਜ ਹੁੰਦਾ ਹੈ ਤੇ ਦੋਵੇਂ ਲੱਤਾਂ ਬਚ ਜਾਂਦੀਆਂ ਨੇ। ਤੇ ਡਾਕਟਰ ਪਹਿਲਾਂ ਕਹਿੰਦਾ ਸੀ ਵੀ ਦੋਵੇਂ ਕੱਟਣੀਆਂ ਪੈਣੀਆਂ। ਇੱਥੋਂ ਇਹ ਜਿਹੜੇ ਨੇ ਸ਼ਿਫਟ ਕਰ ਦਿੱਤੇ ਜਾਂਦੇ ਨੇ ਪੂਨੇ। ਉਹਦੇ ਵਿੱਚ ਇਹਨਾਂ ਦੇ ਉੱਤੇ ਨਾ ਹੋਰ ਵੀ ਕੇਸ ਚੱਲਦੇ ਸੀ, ਪਰ ਇਹ ਕੇਸ ਚੱਲਣਾ ਸ਼ੁਰੂ ਹੋ ਜਾਂਦਾ। ਤੇ ਫਿਰ ਆਪਸ ਦੇ ਵਿੱਚ ਬੈਠ ਕੇ ਨਾ ਇਹਨਾਂ ਨੇ ਸਲਾਹ ਕੀਤੀ ਵੀ ਸਾਨੂੰ ਮੰਨ ਲੈਣਾ ਚਾਹੀਦਾ ਵੀ ਅਸੀਂ ਮਾਰਿਆ ਵੈਦਿਆ ਨੂੰ। ਹੁਣ ਇੱਕ ਦਿਨ ਕੀ ਹੁੰਦਾ ਵੀ ਤਰੀਕ ਪੈ ਜਾਂਦੀ ਹੈ ਇਸੇ ਕੇਸ ਦੀ, ਅਜੇ ਕੇਸ ਸ਼ੁਰੂ ਹੋਣਾ ਹੈ, ਤਰੀਕ ਪੈ ਜਾਂਦੀ ਹੈ, ਸਾਰੀਆਂ ਗੱਲਾਂ ਵਾਪਰ ਜਾਂਦੀਆਂ ਨੇ। ਤੇ ਜੱਜ ਕਹਿੰਦਾ ਵੀ ਤੁਸੀਂ ਨਾ ਲਗਭਗ, ਇਹ ਮੈਂ ਸੁਣਾ ਜਲਦੀ ਰਿਹਾ ਹਾਂ, ਇਹ ਸਾਲ ਸਵਾ ਸਾਲ ਦੀ ਗੱਲ ਵਾਪਰ ਜਾਂਦੀ ਹੈ ਤੇ ਪਰਿਵਾਰਾਂ ਦੀ ਕੋਈ ਮੁਲਾਕਾਤ ਨਹੀਂ ਕਰਨ ਦਿੱਤੀ ਜਾਂਦੀ। ਇਹਨਾਂ ਦੀ ਜੇਲ੍ਹ ਦੇ ਵਿੱਚ ਰਹਿੰਦੇ ਨੇ, ਪਰਿਵਾਰਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ। ਉਹ ਜੱਜ ਜਿਹੜੇ ਨੇ ਉਹ ਕਹਿੰਦੇ ਨੇ ਵੀ ਤੁਸੀਂ ਸਰਕਾਰੀ ਵਕੀਲ ਕਰ ਲਓ ਜਾਂ ਆਪਣਾ ਵਕੀਲ ਕਰ ਲਓ ਜਿਹੜਾ ਤੁਹਾਡੇ ਹੱਕ ਦੇ ਵਿੱਚ ਕੇਸ ਲੜ ਲਵੇ। ਇਹ ਕਹਿੰਦੇ ਅਸੀਂ ਕੋਈ ਵਕੀਲ ਹੀ ਨਹੀਂ ਕਰਨਾ। ਉਹ ਜੱਜ ਕਹਿੰਦਾ ਵੀ ਕਿਉਂ ਵਕੀਲ ਨਹੀਂ ਕਰਨਾ? ਕਹਿੰਦੇ ਇਸ ਕਰਕੇ ਨਹੀਂ ਕਰਨਾ ਵੀ ਸਾਡੇ ਪਰਿਵਾਰ ਦੀਆਂ ਮੁਲਾਕਾਤਾਂ ਨਹੀਂ ਹੋਣ ਦਿੰਦੇ। ਇੱਧਰੋਂ ਗੱਡੀ ਦੇ ਵਿੱਚ ਆਉਂਦੇ ਨੇ, ਅਗਲੀ ਗੱਡੀ ਦੇ ਵਿੱਚ ਵਾਪਸ ਭੇਜ ਦਿੰਦੇ ਨੇ, ਸਾਨੂੰ ਮਿਲ ਨਹੀਂ ਦਿੰਦੇ। ਜੱਜ ਕਹਿੰਦਾ ਮੇਰਾ ਪਤਾ ਦਿਓ ਆਪਣੇ ਪਰਿਵਾਰ ਨੂੰ, ਉਹ ਮੈਨੂੰ ਆ ਕੇ ਮਿਲ ਤੇ ਮੈਂ ਵੇਖਾਂਗਾ ਵੀ ਕਿਹੜਾ ਨਹੀਂ ਮੁਲਾਕਾਤ ਹੋਣ ਦਿੰਦਾ। ਉਹ ਜੱਜ ਦੇ ਕਹਿਣ ਤੇ ਮੁਲਾਕਾਤਾਂ ਪਰਿਵਾਰ ਦੀਆਂ ਸ਼ੁਰੂ ਹੋਈਆਂ। ਚਲੋ ਉਹ ਚਿੱਠੀ ਲਿਖਣ ਦਾ, ਕਿਉਂਕਿ ਉਹਨਾਂ ਨੂੰ ਉੱਥੇ ਰਾਈਟ ਮਿਲ ਗਿਆ ਸੀ ਵੀ ਜਿੰਨੀ ਚਾਹੁੰਦੇ ਚਿੱਠੀ ਲਿਖ ਸਕਦੇ ਨੇ। ਉਹਨਾਂ ਦੀ ਕਿਤਾਬ ਵੀ ਇਸ ਪਾਸੇ ਤੋਂ ਹੈ, ਚਿੱਠੀਆਂ ਜਿਹੜੀਆਂ ਮਿਲਦੀਆਂ ਨੇ ਉਹਨਾਂ ਦੀਆਂ। ਹੁਣ ਪਰਿਵਾਰ ਦੀ ਮੁਲਾਕਾਤ ਸ਼ੁਰੂ ਹੋ ਗਈ ਹੈ। ਇੱਕ ਤਰੀਕ ਪੈਂਦੀ ਹੈ ਤੇ ਉਸ ਤਰੀਕ ਦੇ ਵਿੱਚ, ਉਸ ਤਰੀਕ ਤੋਂ ਪਹਿਲਾਂ ਇਹਨਾਂ ਦੀ ਰਾਤ ਮੁਲਾਕਾਤ ਹੋ ਜਾਂਦੀ ਹੈ। ਤੇ ਉਹ ਇਹ ਸੋਚਦੇ ਨੇ ਵੀ ਸਾਨੂੰ ਖੁਦ ਸਵੀਕਾਰ ਕਰ ਲੈਣਾ ਚਾਹੀਦਾ ਵੀ ਅਸੀਂ ਮਾਰਿਆ, ਤੇ ਇਹ ਵੀ ਦੱਸਾਂਗੇ ਵੀ ਕਿਉਂ ਮਾਰਿਆ। ਸਾਨੂੰ ਇੰਟਰਨੈਸ਼ਨਲ ਲੈਵਲ 'ਤੇ ਇਹ ਗੱਲ ਦੱਸਣੀ ਚਾਹੀਦੀ ਵੀ ਵਾਕਿਆ ਅਸੀਂ ਮਾਰਿਆ, ਪਰ ਇਹ ਵੀ ਦੱਸਾਂਗੇ ਨਾ ਵੀ ਕਿਉਂ ਮਾਰਿਆ। ਤੇ ਉਹ ਇਹਨਾਂ ਦੀ ਆਪਸ ਸਲਾਹ ਹੁੰਦੀ ਹੈ। ਤੇ ਜੇ ਸਰਕਾਰ ਨੇ ਜਿੱਦਣ ਅਗਲੇ ਦਿਨ ਅਦਾਲਤ ਦੇ ਵਿੱਚ ਜੋ ਹੈ ਉਹ ਪੇਸ਼ ਹੋ ਰਹੇ ਨੇ, ਕਾਰਵਾਈ ਚੱਲਦੀ ਪਈ ਹੈ, ਸਮਾਪਤੀ ਹੋ ਜਾਂਦੀ ਹੈ, ਅਗਲੀਆਂ ਤਰੀਕਾਂ ਦੀ ਗੱਲ ਜੇ ਸ਼ੁਰੂ ਹੋਣ ਲੱਗਦੀ ਹੈ, ਤੇ ਭਾਈ ਸੁਖਦੇਵ ਸਿੰਘ ਜਾ ਕੇ ਤੇ ਉਹ ਕਹਿੰਦਾ ਵੀ ਜੱਜ ਸਾਹਿਬ ਮੈਂ ਕੋਈ ਗੱਲ ਕਰਨੀ ਹੈ ਤੁਹਾਡੇ ਨਾਲ। ਉਹ ਕਹਿੰਦੇ ਵੀ ਹਾਂ ਠੀਕ ਹੈ ਜੀ, ਗੱਲ ਕਰ ਲਓ। ਉਹ ਜਦੋਂ ਗੱਲ ਕੀਤੀ ਜਾ ਰਹੀ ਹੈ ਤੇ ਅਜੇ ਇੱਦਾਂ ਕਹਿ ਲਓ ਵੀ ਪਤਾ ਨਹੀਂ ਸੀ ਕਿਸੇ ਨੂੰ ਵੀ ਕੀ ਗੱਲ ਹੋਣੀ ਹੈ। ਅਜੇ ਭਾਈ ਸੁਖਦੇਵ ਸਿੰਘ ਜਾ ਕੇ ਕਹਿੰਦਾ ਵੀ ਮੈਂ ਮਾਰਿਆ ਜਨਰਲ ਵੈਦਿਆ ਨੂੰ, ਅਸੀਂ ਮਾਰਿਆ। ਤੋ ਕਹਿੰਦੇ ਨੇ ਵੀ ਜਿਹੜਾ ਸਰਕਾਰੀ ਵਕੀਲ ਸੀ ਨਾ ਉਹ ਇਸ ਗੱਲ ਤੋਂ ਬੜਾ ਖਿਜਿਆ ਇਸ ਕਰਕੇ ਵੀ ਉਹ ਨਹੀਂ ਸੀ ਚਾਹੁੰਦਾ ਵੀ ਏਡੀ ਜਲਦੀ ਕੰਮ ਮੁੱਕ ਜਾਵੇ, ਕਿਉਂਕਿ ਜਿੰਨੀ ਕੰਮ ਡਿਲੇ ਦੇ ਵਿੱਚ ਮੁੱਕੇਗਾ ਮਸ਼ਹੂਰੀ ਉਨੀ ਹੋਵੇਗੀ ਵੀ ਵੇਖੋ ਜੀ ਆਹ ਬੰਦਾ ਕੇਸ ਲੜਦਾ ਪਿਆ। ਉਹਨੇ ਸਵੀਕਾਰ ਕਰ ਲਿਆ ਹੈ, ਉਹਨੂੰ ਲੱਗਦਾ ਵੀ ਸਾਰੀ ਖੇਡ ਹੀ ਉਲਟ ਪੈ ਗਈ ਹੈ, ਉਹਨੇ ਸਵੀਕਾਰ ਕਰ ਲਿਆ ਵੀ ਮੈਂ ਮਾਰਿਆ। ਉੱਥੇ ਜਿੰਨੇ ਵੀ ਇਹਨਾਂ ਦੇ ਪਾਸੇ ਵਾਲੇ, ਕਿਉਂਕਿ ਸਰਕਾਰ ਦੇ ਵੱਲੋਂ ਹੀ ਇਹਨਾਂ ਦੇ ਲਈ ਵਕੀਲ ਕੀਤਾ ਗਿਆ, ਫਿਰ ਜੱਜ ਨੇ ਵੀ ਕਹਿੰਦੇ ਵੀ ਕੋਈ ਨਹੀਂ, ਤੁਹਾਨੂੰ ਅਜੇ ਅਸੀਂ 1 ਹਫ਼ਤਾ ਦਿੰਦੇ ਹਾਂ, ਤੁਸੀਂ ਫਿਰ ਸੋਚ ਲਓ ਇਹਦੇ ਬਾਰੇ। 1 ਹਫ਼ਤੇ ਬਾਅਦ ਫਿਰ ਤੁਸੀਂ ਪੇਸ਼ ਹੋ ਜਿਓ ਵੀ 1 ਹਫ਼ਤੇ ਬਾਅਦ ਅਸੀਂ ਫਿਰ ਕਵਾਂਗੇ, ਅਜੇ ਤੁਸੀਂ ਏਡੀ ਕਾਹਲੀ ਨਾ ਕਰੋ, ਕੇਸ ਤੇ ਫਿਰ ਵੀ ਚੱਲੇਗਾ ਕਿਉਂਕਿ ਤੁਸੀਂ ਸਵੀਕਾਰ ਕਰ ਲੈਂਦੇ। ਜੇ ਤੁਹਾਡੇ ਬਾਕੀ ਜਿਹੜੇ ਸਾਥੀ ਨੇ ਉਹਨਾਂ ਦੇ ਉੱਤੇ ਕੇਸ ਚੱਲਦਾ ਪਿਆ ਹੈ, ਕੇਸ ਤੇ ਚੱਲੇਗਾ ਹੀ ਨਾ ਤੁਹਾਡਾ। ਚਲੋ ਇਹ ਸਵੀਕਾਰ ਹੋ ਜਾਂਦਾ ਹੈ, ਲਿਖਤੀ ਤੌਰ ਤੇ ਲਿਖ ਕੇ ਦੇ ਆਉਂਦੇ ਨੇ। ਹੁਣ ਇਹ ਕੇਸ ਜਿਹੜਾ ਨਾ, ਜਦੋਂ ਜਨਰਲ ਵੈਦਿਆ ਵਾਲਾ ਕੇਸ ਸ਼ੁਰੂ ਹੋ ਜਾਂਦਾ, ਕੇਸ ਹੋਰ ਵੀ ਚੱਲਦੇ ਸੀ, ਜਨਰਲ ਵੈਦਿਆ ਵਾਲਾ ਕੇਸ ਚੱਲਦਾ ਹੈ। ਪਹਿਲਾਂ ਤੇ ਜਿਹੜਾ ਹੈ ਨਾ ਉਹ ਜੇਲ੍ਹ ਤੋਂ ਬਾਹਰ ਇੱਕ ਵਾਰ ਇਹ ਵੀ ਕੋਸ਼ਿਸ਼ ਕੀਤੀ ਜਾਂਦੀ ਵੀ ਜੇਲ੍ਹ ਦੇ ਅੰਦਰ ਹੀ ਕੇਸ ਲੜਿਆ ਜਾਵੇ,
ਤੇ ਚਲੋ ਇਹ ਵੀ ਕਿਤੇ ਨਾ ਕਿਤੇ ਉਹ ਚੱਲਦਾ ਹੈ ਵੀ ਕਦੀ ਕਦੀ ਜੱਜ ਖੁਦ ਵੀ ਜੇਲ੍ਹ ਦੇ ਵਿੱਚ ਆ ਕੇ ਤੇ ਉਹ ਗਵਾਹਾਂ ਦੀ ਪਹਿਚਾਣ ਕੀਤੀ ਜਾਂਦੀ ਸੀ, ਕਿਉਂਕਿ ਉਹਨੂੰ ਜੇਲ੍ਹ ਤੋਂ ਬਾਹਰ ਕੱਢਣ ਦੀ ਮਨਾਹੀ ਕਰ ਦਿੱਤੀ ਗਈ ਸੀ। ਉਹ ਧਾਰਾ ਲੱਗ ਗਈ ਵੀ ਜੇਲ੍ਹ ਤੋਂ ਬਾਹਰ ਨਹੀਂ ਕੱਢਣੇ। ਹੋਇਆ ਕੀ ਕਿ ਉਸ ਵੇਲੇ 3 ਗਵਾਹ ਜਿਹੜੇ ਸੀ ਨਾ, ਉਹ ਭਾਈ ਸੁਖਦੇਵ ਸਿੰਘ ਦੇ ਉੱਤੇ ਪੇਸ਼ ਹੁੰਦੇ ਨੇ। ਵੈਸੇ ਸੈਂਕੜਿਆਂ ਤੋਂ ਉੱਤੇ ਗਿਣਤੀ ਹੈ ਜਿਹੜੇ ਪੇਸ਼ ਹੋਏ, ਪਰ ਝੂਠੇ ਸੀ। 3 ਗਵਾਹ ਪੇਸ਼ ਹੁੰਦੇ ਨੇ। ਉਹਨਾਂ ਦੇ ਵਿੱਚੋਂ ਇੱਕ ਗਵਾਹ ਜਿਹੜਾ ਹੈ ਨਾ, ਉਹ ਜਨਰਲ ਵੈਦਿਆ ਦੀ ਪਤਨੀ ਹੈ। ਉਹ ਕਿਉਂਕਿ ਉਸ ਵੇਲੇ ਕਾਰ ਦੇ ਵਿੱਚ ਉਹ ਵੀ ਸਵਾਰ ਸੀ, ਔਰ ਇਹ ਉਹਦਾ ਬਿਆਨ ਹੈ। ਜਿਹੜੇ ਉਹਨਾਂ ਦੇ ਨਾਲ ਤੀਸਰੇ ਸਾਥੀ ਸੀ ਭਾਈ ਨਿਰਮਲ ਸਿੰਘ ਨਿੰਮਾ ਰਿਹਾ ਹੋ ਗਏ ਨੇ। ਉਹ ਕਹਿੰਦੇ ਵੀ ਉਹਦੀ ਪਤਨੀ ਨੇ ਜਿਹੜਾ ਬਿਆਨ ਦਿੱਤਾ ਸੀ ਨਾ, ਉਹਦੀ ਪਤਨੀ ਨੇ ਇਹ ਬਿਆਨ ਦਿੱਤਾ ਸੀ ਵੀ ਠੀਕ ਆ, ਮੈਂ ਐਕਸੀਡੈਂਟ ਹੁੰਦਾ ਵੇਖਿਆ, ਪਰ ਮੈਂ ਇਹ ਨਹੀਂ ਵੇਖਿਆ ਵੀ ਇਹਨਾਂ ਦੇ ਵਿੱਚੋਂ ਕਿਹੜੇ ਬੰਦੇ ਨੇ ਇਹ ਜਿਹੜਾ ਹੈ, ਜਾਂ ਇਹੋ ਹੀ ਬੰਦੇ ਸੀ। ਮੈਂ ਬੰਦੇ ਨਹੀਂ ਵੇਖੇ, ਮੈਂ ਐਕਸੀਡੈਂਟ ਹੁੰਦਾ ਵੇਖਿਆ। ਲਾਗੇ ਸਾਈਕਲਾਂ ਵਾਲਾ ਸੀ ਇੱਕ। ਉਹ ਕਹਿੰਦਾ ਮੈਂ ਵੀ ਐਕਸੀਡੈਂਟ ਹੀ ਹੁੰਦਾ ਵੇਖਿਆ, ਬੰਦੇ ਮੈਂ ਵੀ ਨਹੀਂ ਪਹਿਚਾਣ ਸਕਦਾ। ਸਿਰਫ ਇੱਕ ਬੰਦਾ ਸੀ ਜਿਹੜਾ ਗਾਰਡ ਸੀ ਇਹਦਾ। ਔਰ ਵੈਸੇ ਭਾਈ ਨਿਰਮਲ ਸਿੰਘ ਤੇ ਕਹਿੰਦਾ ਜਦੋਂ ਗੋਲੀ ਚੱਲੀ ਆ, ਇਹ ਲੁਕ ਗਿਆ ਸੀ ਥੱਲੇ ਸਿਰ ਕਰਕੇ ਗੱਡੀ ਦੇ ਵਿੱਚ, ਪਰ ਸਰਕਾਰ ਦਾ ਬੰਦਾ ਸੀ, ਉਹਨੂੰ ਤਾਂ ਦੱਸਣਾ ਹੀ ਪੈਣਾ ਸੀ ਨਾ। ਇਸ ਕਰਕੇ ਇਹਨੇ ਬਿਆਨ ਦਿੱਤਾ ਵੀ ਭਾਈ ਸੁਖਦੇਵ ਸਿੰਘ ਨੇ ਗੋਲੀ ਚਲਾਈ। ਹਾਲਾਂਕਿ ਸਵੀਕਾਰ ਉਹਨਾਂ ਦੇ ਵੱਲੋਂ ਖੁਦ ਕਰ ਲਿਆ ਗਿਆ ਸੀ, ਕੋਈ ਦਿੱਕਤ ਨਹੀਂ ਸੀ। ਗਾਰਡ ਨੇ ਬਿਆਨ ਦਿੱਤਾ ਹੈ ਵੀ ਭਾਈ ਸੁਖਦੇਵ ਸਿੰਘ ਨੇ ਗੋਲੀ ਚਲਾਈ ਹੈ, ਤੇ ਭਾਈ ਹਰਜਿੰਦਰ ਸਿੰਘ ਦੇ ਉੱਤੇ ਉਹ ਵੀ ਮੁੱਕਰ ਗਿਆ ਸੀ ਵੀ ਨਹੀਂ, ਇਹਨੂੰ ਤਾਂ ਮੈਂ ਜਾਣਦਾ ਹੀ ਨਹੀਂ। ਔਰ ਜਿਸ ਵੇਲੇ ਇਹ ਤਰੀਕਾਂ ਪੈਣ ਤੋਂ ਬਾਅਦ ਫੈਸਲੇ ਆਉਂਦੇ ਨੇ ਨਾ, ਤੇ ਇਹ ਕਿਹੜੀ ਗੱਲ ਦੇ ਉੱਤੇ ਜਿਹੜੀ ਸਜ਼ਾ ਸੁਣਾਈ ਜਾਂਦੀ ਹੈ, ਸਭ ਤੋਂ ਪਹਿਲਾਂ ਭਾਈ ਸੁਖਦੇਵ ਸਿੰਘ ਦੀ ਵਾਰੀ ਆਉਂਦੀ ਹੈ ਤੇ ਸਜ਼ਾ ਇਸ ਗੱਲ ਇਹਨੂੰ ਦੱਸਿਆ ਜਾਂਦਾ ਵੀ ਭਾਈ ਆ ਤੇਰੇ ਉੱਤੇ ਕੇਸ ਨੇ, ਇਸ ਚੀਜ਼ ਨੂੰ ਮਾਰਨ ਦਾ ਤੇਰੇ ਉੱਤੇ ਜਿਹੜਾ ਹੈ ਉਹ ਇਲਜ਼ਾਮ ਹੈ। ਉਹਦੇ ਤੋਂ ਪਹਿਲਾਂ ਦੀ ਇੱਕ ਘਟਨਾ ਹੈ, ਮੈਂ ਆਪਦੀ ਦੇ ਅੱਗੇ ਰੱਖ ਦੇਵਾਂ, ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਸਾਡੇ ਕੇਸ ਦਾ ਫੈਸਲਾ ਹੋਣਾ, ਤੇ ਲਗਭਗ ਇਹ ਵੀ ਸ਼ੋਰ ਸੀ ਇਹਨਾਂ ਨੂੰ ਵੀ ਫਾਂਸੀ ਹੋ ਜਾਣੀ। ਇਹਨਾਂ ਨੂੰ ਪਤਾ ਸੀ ਵੀ ਇਹ ਹੋ ਜਾਣਾ ਸਾਡੇ ਨਾਲ। ਤੇ ਉਹ ਕਹਿੰਦੇ ਵੀ ਅਸੀਂ ਜੱਜ ਨੂੰ ਮਿਲੇ, ਤੇ ਜੱਜ ਦੇ ਨਾਲ ਗੱਲਬਾਤ ਹੋ ਜਾਂਦੀ ਸੀ। ਜੱਜ ਬਹੁਤ ਰਿਸਪੈਕਟ ਕਰਦਾ ਸੀ, ਤੇ ਉਹ ਇਹ ਵੀ ਉਹਦੀ ਬਹੁਤ ਰਿਸਪੈਕਟ ਕਰਦੇ ਸੀ। ਹੱਥ ਨੂੰ ਹੱਥ ਹੁੰਦਾ ਵੀ ਉਹਨੇ ਉਹਦੀ ਰਿਸਪੈਕਟ ਕੀਤੀ ਤੇ ਉਹਨੇ ਉਹਦਾ ਮਾਣ ਰੱਖਿਆ। ਤੇ ਹੋਇਆ ਕਿ ਉਹ ਜੱਜ ਨੂੰ ਕਹਿੰਦੇ ਵੀ ਬਸ ਅੱਜ ਸਾਡਾ ਫੈਸਲਾ ਹੋ ਜਾਣਾ, ਤੁਸੀਂ ਆਪਣੇ ਘਰ ਤੇ ਅਸੀਂ ਆਪਣੇ ਘਰ, ਫਿਰ ਅਸੀਂ ਕਿਸੇ ਨੇ ਮਿਲਣਾ ਨਹੀਂ ਹੈ, ਤੇ ਇਸ ਕਰਕੇ ਚਲੋ ਸਾਡੇ ਮਨ ਦੇ ਵਿੱਚ ਇੱਕ ਖੇਡ ਹੈ ਵੀ ਅਸੀਂ ਆਪਣੀ ਕੋਈ ਮਰਜ਼ੀ ਕਰ ਲੈਣੀ ਹੈ। ਚਲੋ ਗੱਲ ਲੰਮੀ ਹੋ ਜਾਵੇਗੀ, ਮੈਂ ਉੱਧਰ ਨਹੀਂ ਜਾਵਾਂਗਾ। ਤੇ ਜੱਜ ਨੇ ਫੈਸਲਾ ਸੁਣਾਉਣਾ ਸੀ, ਤੇ ਜੱਜ ਕਹਿੰਦਾ ਵੀ ਤੁਸੀਂ ਫੈਸਲਾ ਤੇ ਸੁਣਾਉਣਾ। ਉਹ ਆਪਣੇ ਨਾ ਇੱਕ ਅੜਦਲੀ ਨੂੰ ਉਹ ਭੇਜਦਾ ਵੀ ਇਹਨਾਂ ਨੂੰ ਕਹਿ ਵੀ ਜੋੜੇ ਲਾ ਕੇ ਆਉਣ, ਅਦਾਲਤ ਦੇ ਵਿੱਚ ਜੁੱਤੀ ਲਾ ਕੇ ਆਉਣ। ਉਹਨੂੰ ਡਰ ਸੀ ਵੀ ਕਿਤੇ ਫੈਸਲਾ ਸੁਣਾਵਾਂਗਾ ਤੇ ਜੁੱਤੀ ਲਾ ਕੇ ਨਾ ਮਾਰ ਦੇਣ। ਤੇ ਉਹ ਕਹਿੰਦੇ ਵੀ ਜਦੋਂ ਉਹ ਸਾਡੇ ਕੋਲ ਬੰਦਾ ਆਇਆ ਨਾ, ਕਹਿੰਦੇ ਅਸੀਂ ਆਖਿਆ ਵੀ ਇੱਕ ਗੱਲ ਪੱਕੀ ਹੈ ਵੀ ਜੇ ਤੁਸੀਂ ਜੋ ਵੀ ਸਾਨੂੰ ਸਜ਼ਾ ਸੁਣਾ ਦਿਓ, ਸਾਨੂੰ ਮਨਜ਼ੂਰ ਹੈ। ਇਹ ਜੁੱਤੀ ਲਾ ਕੇ ਤੇ ਕਦੀ ਨਹੀਂ ਤੁਹਾਡੇ ਮਾਰਾਂਗੇ, ਤੁਸੀਂ ਇਸ ਗੱਲ ਦਾ ਵਹਿਮ ਦਿਲ ਦੇ ਵਿੱਚੋਂ ਕੱਢ ਦਿਓ ਵੀ ਤੁਹਾਨੂੰ ਅਸੀਂ ਕਿਤੇ ਕੁਝ ਕਰ ਦੇਵਾਂਗੇ, ਕੁਝ ਨਹੀਂ ਕਰਾਂਗੇ। ਉਹ ਜੱਜ ਮੰਨ ਗਿਆ, ਕਹਿੰਦੇ ਵੀ ਮੰਨਦਾ ਹੁੰਦਾ, ਤੁਹਾਨੂੰ ਪਤਾ ਵੀ ਜੋ ਇਹ ਮੂੰਹ ਤੋਂ ਕਹਿੰਦੇ ਨੇ ਨਾ, ਇਹ ਸੱਚ ਕਰ ਦੇਣਗੇ। ਤੇ ਉਹ ਕਹਿੰਦੇ ਵੀ ਇੱਦਾਂ ਹੀ ਸਾਨੂੰ ਕਿਹਾ ਚੱਲ ਕੋਈ ਨਹੀਂ, ਇੱਦਾਂ ਹੀ ਆ ਜਾਓ। ਹੋਇਆ ਕਿ ਸਭ ਤੋਂ ਪਹਿਲਾਂ ਭਾਈ ਸੁਖਦੇਵ ਸਿੰਘ ਦੀ ਵਾਰੀ ਆਉਂਦੀ ਹੈ, ਔਰ ਇਹ ਬਾਅਦ ਦੀਆਂ ਗੱਲਾਂ ਨੇ ਕਿ ਜਦੋਂ ਸਵੇਰੇ ਕੋਰਟ ਲੱਗਦੀ ਹੈ ਤੇ ਪਹਿਲਾਂ ਉਹ ਇੱਕ ਵਾਰ ਸਾਰਾ ਕੰਮ ਨਿਬੜ ਜਾਂਦਾ ਹੈ, ਅਜੇ ਫੈਸਲੇ ਸੁਣਾਉਣ ਦੀ ਵਾਰੀ ਨਹੀਂ ਆਉਂਦੀ। ਭਾਈ ਨਿਰਮਲ ਸਿੰਘ ਬਰੀ ਹੋ ਜਾਂਦੇ ਨੇ, ਕਿਉਂਕਿ ਗਵਾਹ ਕੋਈ ਵੀ ਨਹੀਂ ਆਉਂਦਾ ਉਹਦੇ ਵਿਰੁੱਧ, ਉਹ ਤੇ ਐਕਸੀਡੈਂਟ ਦੇ ਵਿੱਚ ਨਾਲ ਸੀ ਨਾ। ਤੇ ਬਾਅਦ ਦੇ ਵਿੱਚ ਭਾਈ ਹਰਜਿੰਦਰ ਸਿੰਘ ਨੇ ਖੁਦ ਸਵੀਕਾਰ ਕੀਤਾ ਵੀ ਹਾਂ ਮੈਂ ਚਲਾ ਰਿਹਾ ਹਾਂ, ਉਹਦੇ ਵਿਰੁੱਧ ਕੋਈ ਗਵਾਹ ਹੀ ਨਹੀਂ ਸੀ। ਉਹਨੂੰ ਇਸ ਕਰਕੇ ਸਜ਼ਾ ਦੇ ਦਿੱਤੀ ਗਈ ਵੀ ਇਹ ਜਿਹੜਾ ਹੈ ਇਹਨੇ ਖੁਦ ਸਵੀਕਾਰ ਕੀਤਾ ਹੈ। ਭਾਈ ਸੁੱਖੇ ਦੇ ਵਿਰੁੱਧ ਇੱਕ ਗਵਾਹ ਭੁਗਤਿਆ, ਉਹਨੇ ਵੀ ਖੁਦ ਸਵੀਕਾਰ ਕੀਤਾ ਸੀ। ਹੁਣ ਹੋਇਆ ਕਿ ਇਹਨਾਂ ਨੂੰ ਦੋਵਾਂ ਨੂੰ ਸਜ਼ਾ ਅਜੇ ਦੇਣੀ ਹੈ, ਤੇ ਜੱਜ ਜਿਹੜਾ ਹੈ ਨਾ ਉਹ 2 ਘੰਟੇ ਬਾਅਦ ਫੈਸਲਾ ਕਰਨ ਦੇ ਲਈ ਆਉਂਦਾ। ਔਰ ਤੀਜੇ ਦਿਨ ਜਦੋਂ ਅਗਲੇ ਕੇਸ ਦੇ ਵਿੱਚ ਇੱਕ ਹੋਰ ਕੇਸ ਦੇ ਵਿੱਚ ਤਰੀਕ ਪੈਂਦੀ ਹੈ, ਤਾਂ ਉਹਦੇ ਵਿੱਚ ਉਹ ਗੱਲ ਨੂੰ ਦੱਸਦੇ ਨੇ ਵੀ ਕਹਿੰਦੇ ਸਾਨੂੰ ਉਸ ਦਿਨ ਪਤਾ ਲੱਗਾ ਜਦੋਂ ਜੱਜ ਦੇ ਨਾਲ ਮੁਲਾਕਾਤ ਹੋਈ ਨਾ, ਵੀ ਜੱਜ ਨੇ ਫਾਂਸੀ ਦੀ ਸਜ਼ਾ ਦੇ ਦਿੱਤੀ। ਚਲੋ ਜਦੋਂ ਉਸ ਦਿਨ ਦੀ ਗੱਲ, ਜਿੱਦਣ ਸਜ਼ਾ ਹੋਣੀ ਸੀ, ਜੱਜ ਨੇ ਫਾਂਸੀ ਦੀ ਸਜ਼ਾ ਦੇ ਦਿੱਤੀ। ਜਿੱਦਣ ਅਗਲੇ ਦਿਨ ਇਹ ਤਰੀਕ ਭੁਗਤਣ ਗਏ ਨਾ ਇਹਨਾਂ ਦੇ ਵਿੱਚੋਂ ਭਾਈ ਨਿਰਮਲ ਸਿੰਘ, ਤੇ ਕਹਿੰਦੇ ਜੱਜ ਮੈਨੂੰ ਮਿਲਿਆ, ਤੇ ਮੈਨੂੰ ਮਿਲਦਿਆਂ ਕਹਿੰਦੇ ਵੀ ਸਮਝ ਲਓ ਵੀ ਉਹਦਾ ਨਾ ਗਲਾ ਭਰ ਆਇਆ। ਉਹ ਇਸ ਕਰਕੇ ਸੀ ਵੀ ਉਹਨੇ ਕਦੀ ਕਿਸੇ ਬੰਦੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਨਹੀਂ ਸੀ। ਉਹ ਐਵੇਂ ਕਹਿ ਦੇਣਾ ਸੌਖਾ ਹੁੰਦਾ ਵੀ ਫਾਂਸੀ ਦੀ ਸਜ਼ਾ ਦੇ ਦੇਣੀ, ਦੇਣ ਵਾਲਾ ਵੀ ਤੇ ਦਿਲ ਬੜਾ ਵੱਡਾ ਚਾਹੀਦਾ ਹੈ। ਉਹ ਕਹਿੰਦੇ ਵੀ ਉਹ ਆਪਣੇ ਵਕੀਲਾਂ ਨੂੰ ਵਾਰ-ਵਾਰ ਫੋਨ ਕਰੇ ਵੀ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ, ਕਿਉਂਕਿ ਬੜਾ ਔਖਾ ਕੰਮ ਸੀ, ਬੜਾ ਭਾਰ ਸੀ ਵੀ ਇਹ ਮੈਂ ਕੀ ਕਰ ਲਿਆ, ਮੈਨੂੰ ਕਰਨਾ ਨਹੀਂ ਸੀ ਚਾਹੀਦਾ। 20 ਸਾਲ ਦੀ ਵੈਸੇ ਸਜ਼ਾ ਹੋਣੀ ਸੀ ਇਹਨਾਂ ਨੂੰ, ਇੱਕ ਜਣੇ ਨੂੰ 20 ਸਾਲ ਦੀ ਸਜ਼ਾ ਹੋਣੀ ਸੀ, ਫਾਂਸੀ ਨਹੀਂ ਸੀ ਹੋਣੀ। ਪਰ ਉਹਦਾ ਕਾਰਨ ਕੁਝ ਹੋਰ ਵਾਪਰ ਗਿਆ, ਇਹਨਾਂ ਨੇ ਨਾਅਰੇ ਲਾਏ, ਇਸ ਕਰਕੇ ਉਹਨੇ ਫੈਸਲਾ ਬਦਲਿਆ ਤੇ ਸਜ਼ਾ ਦੀ ਜਿਹੜੀ ਹੈ ਨਾ ਉਹ ਫਾਂਸੀ ਦੀ ਸਜ਼ਾ ਕਰ ਦਿੱਤੀ। 21 ਅਕਤੂਬਰ ਤੇ 1999 ਨੂੰ ਇਹਨਾਂ ਨੂੰ ਸਜ਼ਾ ਹੁੰਦੀ ਹੈ ਵੀ ਇਹ ਸਜ਼ਾ ਹੋਣੀ ਹੈ। ਬਾਅਦ ਦੇ ਵਿੱਚ ਜਦੋਂ ਇਹ ਘਟਨਾ ਵਾਪਰ ਜਾਂਦੀ ਹੈ ਤੇ ਅਗਲੇ ਦਿਨ ਉਹਨਾਂ ਨੂੰ ਪਤਾ ਲੱਗਦਾ ਵੀ ਜੱਜ ਕਹਿੰਦਾ ਸੀ ਮੈਂ ਤੇ ਭਾਈ 20 ਸਾਲਾਂ ਦੀ ਸਜ਼ਾ ਤਿਆਰ ਕਰਕੇ ਆਇਆ ਸੀ,
ਪਰ ਇਹਨਾਂ ਨੇ ਨਾਅਰੇ ਲਾਉਣ ਦੇ ਕਰਕੇ ਤੇ ਮੈਂ ਇਹ ਸਜ਼ਾ ਬਣਾ ਦਿੱਤੀ ਹੈ। ਪਰ ਮੈਨੂੰ ਦੁੱਖ ਹੈ ਵੀ ਮੈਂ ਇਹ ਸਜ਼ਾ ਕਿਉਂ ਲਾਈ। ਤਾਂ ਕਹਿੰਦੇ ਵੀ ਮੈਂ ਤੁਹਾਨੂੰ ਇਸ ਗੱਲ ਦੇ ਲਈ ਜਿਹੜਾ ਹੈ ਉਹ ਅਲਾਓ ਕੀਤਾ ਸੀ ਵੀ ਤੁਸੀਂ ਫੋਟੋਆਂ ਖਿੱਚ ਸਕਦੇ ਜੇ। ਇਹ ਗਵਾਹੀਆਂ ਨੇ ਸਾਰੀਆਂ YouTube ਦੇ ਉੱਪਰ ਪਈਆਂ ਹੋਈਆਂ ਨੇ, ਤੁਸੀਂ ਸੁਣ ਸਕਦੇ ਜੇ। ਤੇ ਉਹ ਕਹਿੰਦਾ ਹੈ ਵੀ ਜੱਜ ਕਹਿੰਦਾ ਸੀ ਵੀ ਮੈਂ ਤੁਹਾਨੂੰ ਫੋਟੋਆਂ ਖਿੱਚਣ ਦੇ ਲਈ ਆਗਿਆ ਕਰ ਦਿੱਤੀ ਸੀ ਤੇ ਤੁਸੀਂ ਜਿਹੜੀ ਆਪਣੀ ਨਾ ਇੱਕ ਫੋਟੋ ਮੈਨੂੰ ਦੇ ਕੇ ਜਾਇਓ। ਉਹ ਬੜੇ ਪਿਆਰ ਵਾਲਾ ਉਹ ਜੱਜ ਸੀ, ਕਹਿੰਦੇ ਵੀ ਉਹਨੇ ਬੜਾ ਸਤਿਕਾਰ ਵੀ ਕੀਤਾ ਹੈ। ਇਹ ਤਾਂ ਕਹਿੰਦੇ ਸੀ ਵੀ ਜਿਹੜਾ ਬਰੀ ਹੋਇਆ ਹੈ CBI ਉਹਨੂੰ ਵੀ ਸਜ਼ਾ ਦਿਵਾਉਣੀ ਚਾਹੁੰਦੀ ਸੀ, ਪਰ ਉਹ ਕਹਿੰਦੇ ਸੀ ਵੀ ਨਹੀਂ, ਕੋਈ ਵਾਇਲੈਂਸ ਨਹੀਂ ਕੀਤੀ ਇਹਨਾਂ ਨੇ, ਕੋਈ ਵਾਇਲੈਂਸ ਨਹੀਂ ਹੋਈ। ਤੇ ਹੋਇਆ ਕੀ, ਜਦੋਂ ਇਹ ਵਾਪਸ ਜਾਂਦੇ ਨੇ, ਜਿੱਦਣ ਇਹਨਾਂ ਨੂੰ ਪਤਾ ਵੀ ਦੋਵਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਹੈ ਤੇ ਤੀਜਾ ਬੰਦਾ ਬਰੀ ਹੋ ਗਿਆ, ਤੇ ਉਹ ਕਹਿੰਦੇ ਵੀ ਇਹਨਾਂ ਦੇ ਕੋਲ ਨਾ ਜੇਬ ਦੇ ਵਿੱਚ ਮਠਿਆਈ ਸੀ। ਤੇ ਉਹ ਜਦੋਂ ਜੇਲ੍ਹ ਦੇ ਵਿੱਚ ਵਾਪਸ ਜਾਂਦੇ ਨੇ ਮਠਿਆਈ ਲੈ ਕੇ, ਤੇ ਉਹ ਪੁਲਿਸ ਵਾਲਿਆਂ ਨੂੰ ਮਠਿਆਈ ਖਵਾਉਂਦੇ ਨੇ। ਇਹ ਕੁਝ ਘਟਨਾਵਾਂ ਨੇ, ਬੜੀਆਂ ਲੰਮੀਆਂ ਨੇ। ਤੇ ਉਹ ਜੇਲ੍ਹ ਵਾਲੇ ਵੀ ਖੁਸ਼ ਹੋ ਕੇ ਹੱਥ 'ਚ ਮਠਿਆਈ ਫੜ ਲੈਂਦੇ ਵੀ ਮਠਿਆਈ ਵੰਡਦੇ ਪਏ ਨੇ, ਸ਼ਾਇਦ ਛੁੱਟ ਗਏ ਹੋਣਗੇ। ਉਹਦੇ ਹੱਥ 'ਚ ਹੀ ਉਹਨਾਂ ਦੀ ਮਠਿਆਈ ਸੀ ਤੇ ਉਹ ਕਹਿੰਦੇ ਵੀ ਮਠਿਆਈ ਖਾਓ, ਸਾਨੂੰ ਫਾਂਸੀ ਹੋ ਗਈ ਹੈ। ਕਹਿੰਦੇ ਵੀ ਉਹਨਾਂ ਦੇ ਹੱਥ 'ਚ ਹੀ ਫੜੀਆਂ ਰਹਿ ਗਈਆਂ ਵੀ ਇਹ ਕਿੱਦਾਂ ਦੇ ਬੰਦੇ ਨੇ ਵੀ ਨਾਲੇ ਸਜ਼ਾ ਹੋ ਗਈ ਹੈ ਤੇ ਨਾਲੇ ਹੱਥ ਦੇ ਵਿੱਚ ਮਠਿਆਈਆਂ ਵੜੀ ਫਿਰਦੇ ਨੇ। ਉਹ ਕਹਿੰਦੇ ਸਾਨੂੰ ਸਜ਼ਾ ਹੋ ਗਈ ਹੈ। ਤੇ ਉਹ ਜਦੋਂ ਉਹ ਇੱਦਾਂ ਦੀ ਗੱਲ ਆ ਗਈ ਵੀ ਵਿਚਾਰਿਆਂ ਕੋਲੋਂ ਖਾਧੀ ਵੀ ਨਾ ਜਾਵੇ। ਔਰ ਉਹਨਾਂ ਨੇ ਜਦੋਂ ਇਹ ਤੋਂ 99 ਤੋਂ ਬਾਅਦ, ਇਹ 92 ਦਾ ਟਾਈਮ ਆਉਂਦਾ ਹੈ, 99 ਤੋਂ 92 ਦਾ ਜਿਹੜਾ ਟਾਈਮ ਹੈ, ਆਪਣੇ ਪਰਿਵਾਰ ਨੂੰ ਚਿੱਠੀਆਂ ਲਿਖੀਆਂ। ਚਲੋ ਪਰਿਵਾਰ ਵੀ ਮੁਲਾਕਾਤਾਂ ਦੇ ਉੱਤੇ ਆਉਂਦੇ ਰਹੇ। ਇੱਕ ਵਾਰ ਨਹੀਂ ਉਹਨਾਂ ਨੇ ਚਿੱਠੀ ਦੇ ਵਿੱਚ ਇਸ ਗੱਲ ਨੂੰ ਜ਼ਿਕਰ ਕੀਤਾ ਵੀ ਅਸੀਂ ਮਰਨ ਜਾ ਰਹੇ ਹਾਂ। ਪਤਾ ਕੀ ਕਹਿੰਦੇ ਰਹੇ, ਸਾਡਾ ਵਿਆਹ ਹੋਣਾ। ਤੇ ਮੈਂ ਸੰਖੇਪ ਗੱਲ ਕਰ ਦੇਵਾਂ, ਜਿੱਦਣ ਅੱਜ ਦੇ ਦਿਨ ਸਵੇਰੇ 4 ਵਜੇ 1992 ਨੂੰ ਇਹਨਾਂ ਨੂੰ ਫਾਂਸੀ ਹੋ ਗਈ ਪੂਨੇ ਜੇਲ੍ਹ ਦੇ ਅੰਦਰ। ਪਰਿਵਾਰ ਵੀ ਕਿਉਂਕਿ ਉੱਥੇ ਸੀ ਤੇ ਇਹਨਾਂ ਨੂੰ ਸਰਕਾਰ ਦੇ ਵੱਲੋਂ ਆਖਰੀ ਇੱਛਾ ਪੁੱਛੀ ਗਈ ਸੀ। ਤੇ ਆਖਰੀ ਇੱਛਾ ਇਹਨਾਂ ਨੇ ਕਹੀ ਸੀ ਵੀ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਸਾਰਿਆਂ ਦੇ ਸਾਹਮਣੇ ਫਾਂਸੀ ਹੋਵੇ। ਪਰ ਕਾਰਨ ਕੀ ਸੀ, ਉਹ ਕਹਿੰਦੇ ਨਹੀਂ, ਇਹ ਨਹੀਂ ਕਰ ਸਕਦੇ। ਚਲੋ ਇਹ ਨਹੀਂ ਮੰਨੀ ਗਈ। ਬਾਅਦ ਦੇ ਵਿੱਚ ਦੂਜੀ ਘਟਨਾ ਵਾਪਰਦੀ ਹੈ ਵੀ ਇਹਨਾਂ ਨੂੰ ਜਿਹੜਾ ਉਹ ਉੱਥੇ ਫਾਂਸੀ ਦਿੱਤੀ ਜਾਂਦੀ ਹੈ, ਟਿਲ ਡੈਥ ਤੱਕ ਹੁੰਦਾ ਹੈ ਇਹ ਸਾਰਾ ਪ੍ਰੋਸੀਜਰ ਜਿਹੜਾ ਹੁੰਦਾ ਹੈ। ਤੇ ਇਹਦੇ ਲਾਗੇ ਹੀ ਸਰਕਾਰ ਦੇ ਵੱਲੋਂ 3 ਅਸਥਾਨ ਜਿਹੜੇ ਸੀ ਉਹ ਨਿਸ਼ਚਿਤ ਕੀਤੇ ਗਏ ਸੀ ਜਿੱਥੇ ਇਹਨਾਂ ਦੇ ਲਾਸਟ ਰਾਈਡ ਕੀਤੇ ਜਾਣੇ ਸੀ। ਉਹਨਾਂ ਦੇ ਵਿੱਚੋਂ ਇੱਕ ਥਾਂ ਦੇ ਉੱਤੇ ਕੀਤਾ ਜਾਣਾ ਸੀ। ਚਲੋ ਪਰਿਵਾਰ ਸਾਰਾ ਉੱਥੇ ਇਕੱਠਾ ਹੁੰਦਾ ਹੈ, ਪਰਿਵਾਰ ਦੇ ਵੱਲੋਂ ਸਾਰੀਆਂ ਰਸਮਾਂ ਨਿਭਾਈਆਂ ਜਾਂਦੀਆਂ ਨੇ। ਇੱਕ ਗ੍ਰੰਥੀ ਸਿੰਘ ਉੱਥੇ ਰਸਮਾਂ ਨਿਭਾਉਂਦਾ ਤੇ ਇਹਨਾਂ ਦਾ ਉੱਥੇ ਸੰਸਕਾਰ ਕੀਤਾ ਜਾਂਦਾ, ਪਰ ਅਸਥੀਆਂ ਨਹੀਂ ਦਿੱਤੀਆਂ ਜਾਂਦੀਆਂ। ਇਹ ਅੱਜ ਦੇ ਦਿਨ ਦੀ ਇਹ ਘਟਨਾ ਹੈ ਜਦੋਂ ਇਹਨਾਂ ਨੂੰ ਜਿਹੜਾ ਹੈ ਫਾਂਸੀ ਦੇ ਕੇ ਤੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਕੀਤਾ ਇਸ ਕਰਕੇ ਜਾਂਦਾ ਵੀ ਜਨਰਲ ਵੈਦਿਆ ਜਿਹਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ, ਇਹਨਾਂ ਨੇ ਉਹਨੂੰ ਸੋਧਿਆ ਸੀ। ਇੱਕ ਪਾਸਾ ਇਹ ਸ਼ਾਇਦ ਦਾ ਟ੍ਰਿਬਿਊਨ ਦੀ ਇੰਟਰਵਿਊ ਹੈ, ਉਹਦੇ ਵਿੱਚ ਜਿਹੜੇ ਜਲਾਦ ਨੇ, ਕਿਉਂਕਿ ਉਹ ਜੇਲ੍ਹ ਦੇ ਵਿੱਚ ਜਲਾਦ ਸੀ, ਉਹਨਾਂ ਦਾ ਪ੍ਰੋਫੈਸ਼ਨ ਹੁੰਦਾ ਹੈ। ਇਹ ਸਰਦਾਰ ਹਰਿੰਦਰ ਸਿੰਘ ਉਹਨਾਂ ਨੇ ਇਸ ਗੱਲ ਨੂੰ ਬੋਲਿਆ। ਉਹ ਕਹਿੰਦੇ ਵੀ ਉਹਦੀ ਇੱਕ ਇੰਟਰਵਿਊ ਸੀ, ਉਹਨੂੰ ਪੁੱਛਿਆ ਗਿਆ ਵੀ ਜਦੋਂ ਫਾਂਸੀ ਦਿੱਤੀ ਜਾਂਦੀ ਹੈ, ਦੇਖੋ ਜੀ ਮੈਂ ਬੇਨਤੀ ਕਰ ਦੇਵਾਂ, ਇਹਨਾਂ ਚੀਜ਼ਾਂ ਨੂੰ ਸੁਣਨਾ ਬੜਾ ਸੌਖਾ ਹੈ। 4 ਦਿਨ ਬੰਦਾ ਬਿਮਾਰ ਹੋ ਜਾਵੇ ਨਾ ਤੇ 5ਵੇਂ ਦਿਨ ਬੰਦੇ ਨੂੰ ਇੰਝ ਲੱਗਣ ਲੱਗ ਪਏ ਵੀ ਹੁਣ ਨਹੀਂ ਬਚਣਾ, ਤੇ ਵੇਖਿਓ ਜਿਹੜਾ ਖਾਧਾ ਹੁੰਦਾ ਉਹ ਵੀ ਛੁੱਟ ਜਾਂਦਾ ਬੰਦੇ ਦੇ ਕੋਲ, ਉਹ ਵੀ ਛੁੱਟ ਜਾਂਦਾ ਹੈ। ਤਾਂ ਕਹਿੰਦੇ ਵੀ ਉਹ ਤੋਂ ਪਹਿਲਾਂ ਦੀ ਇੱਕ ਘਟਨਾ ਦੱਸ ਦੇਵਾਂ। ਚਲੋ ਡਾਕਟਰ ਜਦੋਂ ਫਾਂਸੀ ਦੀ ਸਜ਼ਾ ਹੋ ਗਈ ਤਾਂ ਡਾਕਟਰ ਨੂੰ ਵੀ ਨਹੀਂ ਦੱਸਿਆ ਗਿਆ, ਬਾਹਰ ਨਹੀਂ ਸੀ ਖਬਰ ਕੱਢਣੀ ਵੀ, ਕਿਉਂਕਿ ਡਰ ਸੀ ਵੀ ਰੌਲਾ ਪੈ ਜਾਵੇਗਾ। ਉਹ ਡਾਕਟਰ ਆਇਆ ਤੇ ਉਹਨੇ ਸਾਰਾ ਸਰੀਰ ਦਾ ਉਹਨੇ ਮੁਆਇਨਾ ਕਰਨਾ ਸੀ ਵੀ ਸਰੀਰ ਚੈੱਕ ਕਰਨਾ ਵੀ ਕਿੱਦਾਂ, ਕੋਈ ਦਿੱਕਤ ਤਾਂ ਨਹੀਂ, ਕੋਈ ਪ੍ਰੋਬਲਮ ਤਾਂ ਨਹੀਂ, ਵੇਟ ਚੈੱਕ ਕਰਨਾ ਹੁੰਦਾ। ਤੇ ਡਾਕਟਰ ਚੈੱਕ ਕਰਨ ਦੇ ਲਈ ਆਇਆ ਤੇ ਉਹ ਡਾਕਟਰ ਨੂੰ ਮਜ਼ਾਕ ਦੇ ਵਿੱਚ ਕਹਿੰਦੇ ਵੀ ਡਾਕਟਰ ਸਾਹਿਬ ਫਿਕਰ ਨਾ ਕਰੋ, ਅਸੀਂ ਆਖਰੀ ਦਿਨ ਤੱਕ ਇੱਦਾਂ ਦੇ ਹੀ ਰਹਿਣਾ ਹੈ, ਸਾਨੂੰ ਕੋਈ ਡਰ ਨਹੀਂ ਹੈ, ਅਸੀਂ ਇੱਦਾਂ ਹੀ ਚੜ੍ਹਦੀ ਕਲਾ 'ਚ ਰਹਿਣਾ। ਤੇ ਡਾਕਟਰ ਨੂੰ ਜਦੋਂ ਪਤਾ ਲੱਗਾ ਵੀ ਜਿੱਦਣ ਫਾਂਸੀ ਹੋਣੀ ਅਸੀਂ ਉਦੋਂ ਤੱਕ ਇੱਦਾਂ ਦੇ ਰਹਿਣਾ, ਤੇ ਉਹ ਕਹਿੰਦੇ ਵੀ ਕੀ ਝੂਠ ਬੋਲੀ ਜਾਂਦੇ ਵੀ ਕਾਨੂੰਨ ਤੇ ਇਹ ਕਹਿੰਦਾ ਹੈ ਵੀ ਮੇਰਾ ਉੱਥੇ ਹਾਜ਼ਰ ਹੋਣਾ ਜ਼ਰੂਰੀ ਹੈ, ਮੈਨੂੰ ਇਸ ਗੱਲ ਦੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ, ਮੈਨੂੰ ਤਾਂ ਦੱਸਿਆ ਹੀ ਨਹੀਂ। ਡਾਕਟਰ ਵੀ ਹੈਰਾਨ ਵੀ ਇਹ ਕਿੱਦਾਂ ਦੇ ਬੰਦੇ ਨੇ, ਚੜ੍ਹਦੀ ਕਲਾ ਵਾਲੇ। ਤੇ ਜਿਸ ਵੇਲੇ ਇਹਨਾਂ ਦਾ ਇਹ ਅੰਤਿਮ ਉਹ ਜਿਹੜਾ ਉਹ ਜਲਾਦ ਹੈ ਜਿਨ੍ਹਾਂ ਨੇ ਹੈਂਗ ਕੀਤਾ ਹੈ, ਜਿਸ ਨੇ, ਉਹਦੀ ਇੰਟਰਵਿਊ ਸੀ, ਸਰਦਾਰ ਹਰਿੰਦਰ ਸਿੰਘ ਉਹਨਾਂ ਦਾ ਹਵਾਲਾ ਮੈਂ ਆਪ ਜੀ ਦੇ ਅੱਗੇ ਰੱਖਦਾ ਪਿਆ। ਉਹ ਕਹਿੰਦੇ ਵੀ ਉਹਨੂੰ ਪੁੱਛਿਆ ਗਿਆ ਵੀ ਹੈ ਤਾਂ ਤੁਹਾਡਾ ਕੰਮ ਔਖਾ ਹੀ ਹੈ, ਪਰ ਜਦੋਂ ਤੁਸੀਂ ਇਹ ਕੰਮ ਕਰਦੇ ਜਿਹੜੇ ਤੁਹਾਨੂੰ ਕਿੱਦਾਂ ਦੇ ਲੋਕ ਮਿਲਦੇ ਨੇ। ਤੇ ਕੋਈ ਵਧਾ ਚੜਾ ਕੇ ਮੈਂ ਗੱਲ ਨਹੀਂ ਕਰਦਾ ਪਿਆ, ਗੁਰੂ ਬਖਸ਼ਿਸ਼ ਦੇ ਸਦਕਾ ਜੋ ਹੈ ਤੱਥ ਆਪ ਜੀ ਦੇ ਅੱਗੇ ਰੱਖ ਦੇਵਾਂਗਾ ਤੇ ਮੈਂ ਨਾਲੇ ਨਾਲ ਦੱਸੀ ਵੀ ਜਾ ਰਿਹਾ। ਉਹ ਕਹਿੰਦਾ ਹੈ ਵੀ ਇੱਦਾਂ ਦੇ ਬੰਦੇ ਵੀ ਵੇਖੇ ਨੇ ਜਿਹੜੇ ਉਹ ਰਸਤੇ ਦੇ ਉੱਤੇ ਜਦੋਂ ਤੁਰਦੇ ਨੇ ਨਾ ਤੇ ਡਿੱਗ ਪੈਂਦੇ ਨੇ, ਉੱਥੇ ਪਹੁੰਚਦੇ ਨਹੀਂ ਪਹਿਲਾਂ ਹੀ ਡਿੱਗ ਪੈਂਦੇ ਨੇ, ਕਿਉਂਕਿ ਡਰ ਬੜਾ ਖਤਰਨਾਕ ਹੁੰਦਾ ਹੈ ਮੌਤ ਦਾ। ਤੇ ਉਹ ਕਹਿੰਦਾ ਹੈ ਵੀ ਮਾਫ਼ ਕਰਿਓ ਮੈਂ ਸ਼ਬਦ ਵਰਤਾਂਗਾ, ਕਈ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਦਾ ਪਿਸ਼ਾਬ ਨਿਕਲ ਜਾਂਦਾ ਵਿੱਚ,
ਡਰ ਬੜੀ ਖਤਰਨਾਕ ਚੀਜ਼ ਹੈ। ਆ ਪਿੱਛੇ ਜੇ ਉਸੇ ਕੇਸ ਦੇ ਵਿੱਚ ਇੱਕ ਹੋਰ ਨੂੰ ਸਜ਼ਾ ਹੋਈ ਸੀ ਅਦਾਲਤ ਦੇ ਵਿੱਚ, ਉਹ ਬਾਹਰ ਨਿਕਲਿਆ ਤਾਂ ਉਹਨੂੰ ਚੁੱਕ ਕੇ ਲਿਆਉਣਾ ਪਿਆ। ਥੋੜ੍ਹੇ ਦਿਨਾਂ ਦੀ ਗੱਲ ਹੈ ਜੀ। ਬੰਦਾ ਕਰ ਤੇ ਲੈਂਦਾ, ਜਦੋਂ ਭੁਗਤਦਾ ਫਿਰ ਔਖਾ ਹੁੰਦਾ। ਉਹ ਕਹਿੰਦਾ ਵੀ ਕਈ ਤਾਂ ਡਿੱਗ ਪੈਂਦੇ ਨੇ ਅਤੇ ਕਈਆਂ ਦੇ ਨਾਲ ਇਹ ਹਾਲਤ ਵਾਪਰ ਜਾਂਦੀ ਹੈ। ਕਹਿੰਦਾ ਫਿਰ ਕਈ ਇੱਦਾਂ ਦੇ ਵੀ ਹੁੰਦੇ ਨੇ, ਭਾਈ ਸੁੱਖੇ ਅਤੇ ਭਾਈ ਜਿੰਦੇ ਵਰਗੇ। ਗੱਲ ਵੇਖੋ ਵੀ ਉਹਨੂੰ ਉਹਨਾਂ ਦਾ ਨਾਮ ਯਾਦ ਹੈ, ਉਹਨੂੰ ਉਹਨਾਂ ਦਾ ਨਾਮ ਯਾਦ ਹੈ ਵੀ ਇਹ ਕਿਹੜੇ ਬੰਦੇ ਸੀ। ਉਹ ਕਹਿੰਦਾ ਤੁਰੇ ਜਾਂਦੇ ਨੇ, ਮਤਲਬ ਹੀ ਨਹੀਂ ਹੈਗਾ ਇਸ ਗੱਲ ਦਾ ਵੀ ਚਿਹਰੇ ਦੇ ਉੱਤੇ ਕੋਈ ਮਲਾਲ ਹੋਵੇ, ਕੋਈ ਦੁੱਖ ਹੋਵੇ, ਕੋਈ ਨਹੀਂ। ਕਹਿੰਦੇ ਉਹ ਤਾਂ ਕਹਿੰਦੇ ਸੀ ਵੀ ਅਸੀਂ ਆਪਣੇ ਜਿਹੜੇ ਨਾ ਰੱਸੇ ਆਪ ਗੱਲ ਦੇ ਵਿੱਚ ਪਾਵਾਂਗੇ। ਕਹਿੰਦੇ ਨਹੀਂ, ਇਸ ਗੱਲ ਨੂੰ ਅਲਾਓ ਨਹੀਂ ਕਰ ਸਕਦੇ। ਕਹਿੰਦੇ ਚਲੋ ਤੁਹਾਡੀ ਮੌਜ ਹੈ। ਔਰ ਸਰਕਾਰ, ਉਹ ਜਿਹੜੇ ਪੁਲਿਸ ਵਾਲੇ ਸੀ, ਉਹ ਚਾਹੁੰਦੇ ਸੀ ਵੀ ਕੈਦੀਆਂ ਵਾਲੇ ਕੱਪੜੇ ਪਾ ਕੇ ਫਾਂਸੀ ਦਿੱਤੀ ਜਾਵੇ। ਕਹਿੰਦੇ ਨਹੀਂ, ਅਸੀਂ ਇਹੋ ਹੀ ਕੱਪੜੇ ਪਾ ਕੇ ਤੇ ਇਸ ਪਾਸੇ 'ਤੇ ਜਾਵਾਂਗੇ। ਉਹ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਹੈ ਨਾ, ਉਹ ਫਾਂਸੀ ਦੇ ਉੱਤੇ ਲਟਕਾ ਦਿੱਤਾ ਜਾਂਦਾ ਹੈ। ਮੈਂ ਇਸ ਕਰਕੇ ਕਹਿ ਦੇਵਾਂ, ਇਹ ਤਾਂ ਅਸੀਂ ਛੋਟੀ ਜਿਹੀ ਘਟਨਾ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਜਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਅਸਲ ਦੇ ਵਿੱਚ ਗੱਲ ਸਿਰਫ ਇੰਨੀ ਨਹੀਂ ਹੈ ਵੀ ਬੰਦੇ ਨੂੰ ਮਾਰਿਆ ਅਤੇ ਫਾਂਸੀ ਹੋ ਗਈ। ਬੰਦੇ, ਆਮ ਬੰਦਿਆਂ ਨੂੰ ਮਾਰ ਕੇ ਜੇਲ੍ਹਾਂ 'ਚ ਕਈ ਸਾਲ ਲਾ ਆਉਂਦੇ ਨੇ, ਉਹ ਗੱਲ ਉਹ ਨਹੀਂ ਹੁੰਦੀ। ਗੱਲ ਸਿਰਫ ਇਹ ਹੁੰਦੀ ਹੈ ਵੀ ਅਸਲ ਦੇ ਵਿੱਚ ਜਿਹੜੇ ਗੁਰਧਾਮ ਸਤਿਗੁਰੂ ਨੇ ਸਾਨੂੰ ਬਖਸ਼ੇ ਨੇ, ਅਸੀਂ ਉਹਨਾਂ ਦੀ ਸੇਵਾ ਦੇ ਵਿੱਚ ਆਪਣੇ ਆਪ ਨੂੰ ਕਿੱਦਾਂ ਅਰਪਣ ਕਰ ਸਕਦੇ ਹਾਂ। ਉਹਨਾਂ ਨੇ ਇੱਕ ਸਾਡੇ ਸਾਹਮਣੇ ਰਸਤਾ ਦੱਸਿਆ ਹੈ ਵੀ ਜੇ ਕੋਈ ਬਾਹਰੋਂ ਕਰਦਾ ਅਤੇ ਜੇ ਆਪਣੀ ਜ਼ਿੰਦਗੀ ਵੀ ਦੇਣੀ ਪੈ ਜਾਂਦੀ ਤਾਂ ਤਿਆਰ ਰਹੀਏ। ਪਰ ਮੈਂ ਇਹ ਗੱਲ ਕਹਿ ਕੇ ਤੇ ਸਮਾਪਤੀ ਕਰਾਂਗਾ, ਸਾਡੇ ਕੋਲੋਂ ਕੋਈ ਜ਼ਿੰਦਗੀਆਂ ਥੋੜ੍ਹਾ ਮੰਗਦਾ ਪਿਆ। ਹੁਣ ਅਸੀਂ ਹੁਣ ਜਿੱਥੇ ਬੈਠਦੇ ਹਾਂ, ਬਾਕੀ ਵੀ ਜਿੰਨੇ ਅਸਥਾਨ ਨੇ, ਕੋਈ ਜ਼ਿੰਦਗੀਆਂ ਥੋੜ੍ਹਾ ਮੰਗਦਾ। ਇਹਨਾਂ ਸ਼ਹਾਦਤਾਂ ਤੋਂ ਇਹੀ ਸਿੱਖਣਾ ਹੁੰਦਾ ਹੈ ਵੀ ਭਾਈ ਸਾਡਾ ਜਿਹੜਾ ਗੁਰਧਾਮ ਹੈ, ਸਾਡਾ ਦਾ ਮਤਲਬ ਇਹ ਨਹੀਂ ਵੀ ਸਿਰਫ ਸਾਡਾ ਹੀ ਹੈ। ਗੁਰਧਾਮ ਤੇ ਸਾਰੀ ਦੁਨੀਆ ਦੇ ਕੋਈ ਵੀ ਗੁਰਦੁਆਰਾ ਹੈ, ਪੂਰੀ ਦੁਨੀਆ ਦੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦਾ ਉਹਦੇ ਉੱਤੇ ਹੱਕ ਹੈ। ਗੁਰਦੁਆਰਾ ਭਾਵੇਂ ਕੈਨੇਡਾ ਦੇ ਵਿੱਚ ਹੈ, ਤੁਹਾਡਾ ਵੀ ਉਹਦੇ ਉੱਤੇ ਉਨਾ ਹੀ ਰਾਈਟ ਹੈ, ਕਿਉਂਕਿ ਤੁਸੀਂ ਸਿੱਖ ਹੋ। ਗੁਰੂ ਨਾਨਕ ਦਾ ਗੁਰਦੁਆਰਾ ਹੈ, ਕਿਸੇ ਬੰਦੇ ਦਾ ਗੁਰਦੁਆਰਾ ਨਹੀਂ। ਉਸ ਦੀ ਚੜ੍ਹਦੀ ਕਲਾ ਦੇ ਲਈ ਮੈਂ ਕੀ ਕਰ ਸਕਦਾ ਹਾਂ? ਮੈਨੂੰ ਇੰਝ ਲੱਗੇ ਵੀ ਹਾਂ, ਗੁਰੂ ਨਾਨਕ ਦੀ ਸਿੱਖੀ ਦੀ ਗੱਲ ਗੁਰਦੁਆਰੇ ਵਿੱਚ ਹੋ ਰਹੀ ਹੈ। ਕਿਤੇ ਇਹ ਨਹੀਂ ਵੀ ਬਾਹਰ ਦੀ ਬੇਅਦਬੀ ਕਰਨ ਵਾਲੇ ਤੇ ਅਸੀਂ ਸੋਧ ਲਏ ਅਤੇ ਸਾਡੇ ਜਿਹੜੀਆਂ ਅੰਦਰ ਬੇਅਦਬੀਆਂ ਹੋਈ ਜਾਂਦੀਆਂ ਨੇ ਉਹਨਾਂ ਲਈ ਸਾਡੇ ਕੋਲੋਂ ਕੋਈ ਹੱਲ ਹੀ ਨਾ ਹੋਵੇ। ਇੱਦਾਂ ਦੀ ਗੱਲ ਨਾ ਹੋਵੇ। ਅਸੀਂ ਅੰਦਰ ਤੋਂ ਗੁਰਦੁਆਰੇ ਕਿੱਦਾਂ ਸਟਰੋਂਗ ਕਰਨੇ ਨੇ, ਅੰਦਰ ਤੋਂ ਸੰਸਥਾ, ਗੁਰਦੁਆਰਾ ਸੰਸਥਾ ਹੈ। ਅਤੇ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਕਹਿ ਰਿਹਾ, ਇਹ ਕੋਈ ਤਾਰੀਫ ਨਹੀਂ ਹੈ ਵੀ ਮੈਂ ਕਹਾਂ ਜੀ ਮੈਂ ਮੂੰਹ ਦੇ ਉੱਤੇ ਤਾਰੀਫ ਕਰਦਾ ਪਿਆ। ਬੈਠੇ ਹੋਏ ਨੇ ਸਰਦਾਰ ਸਾਹਿਬ ਹੋਣੀ ਅਤੇ ਬਾਕੀ ਮੈਂਬਰ ਵੀ ਬੈਠਦੇ ਨੇ। ਬੜੀ ਚੜ੍ਹਦੀ ਕਲਾ ਵਾਲੀ ਗੱਲ ਹੈ। ਮੈਂ ਕਹਿੰਦਾ ਵੀ ਸਾਨੂੰ ਐਜ਼ ਏ ਪ੍ਰਚਾਰਕ ਇੰਨੀ ਸਪੋਰਟ ਹੈ, ਇਹ ਔਨ ਰਿਕਾਰਡਿੰਗ ਗੱਲ ਬੋਲੀ ਜਾ ਰਹੀ ਹੈ, ਐਜ਼ ਏ ਪ੍ਰਚਾਰਕ ਸਾਨੂੰ ਇੰਨੀ ਸਪੋਰਟ ਹੈ ਵੀ ਸਾਨੂੰ ਕਦੀ ਨਹੀਂ ਇਸ ਗੱਲ ਦੇ ਲਈ ਕਿਹਾ ਗਿਆ ਵੀ ਆਹ ਤੁਸੀਂ ਕਿਉਂ ਬੋਲਦੇ ਤੇ ਆ ਕਿਉਂ ਨਹੀਂ ਬੋਲਦੇ, ਕਿਉਂਕਿ ਜਵਾਬ ਦੇ ਮੈਂ ਹਾਂ ਜੋ ਮੈਂ ਬੋਲਾਂਗਾ। ਅਤੇ ਦੂਜਾ ਪਾਸਾ, ਕਦੀ ਸਾਨੂੰ ਕਿਸੇ ਗੱਲ ਦੀ ਦਿੱਕਤ ਨਹੀਂ। ਔਰ ਗੁਰਦੁਆਰਾ ਸੰਸਥਾ ਹੈ, ਮੈਂ ਸ਼ਾਮਾਂ ਦੇ ਵਿੱਚ 4-5 ਵਾਰ ਇਸ ਗੱਲ ਨੂੰ ਬੋਲ ਚੁੱਕਾ ਹਾਂ। ਦੁਨੀਆ ਜਿਹੜੀ ਹੈ ਨਾ, ਖਾਸ ਕਰਕੇ ਦਿੱਲੀ ਦੇ ਲੋਕ ਉਦਾਹਰਨ ਦਿੰਦੇ ਨੇ ਵੀ ਮੋਤੀ ਨਗਰ ਗੁਰਦੁਆਰਾ ਹੈ, ਵੀ ਇਹ ਸੰਸਥਾ ਚੱਲਦੀ ਪਈ ਹੈ। ਗੁਰਦੁਆਰਾ ਤਾਂ ਚਲੋ ਦਰਬਾਰ ਸਾਹਿਬ ਹੈ, ਇਹਦੇ ਵਿੱਚ ਥੱਲੇ ਡਿਸਪੈਂਸਰੀ ਆ ਜਾਂਦੀ ਹੈ, ਹੋਰ ਸੈਂਟਰ ਆ ਜਾਂਦੇ ਨੇ, ਸਕੂਲ ਆ ਜਾਂਦੇ ਨੇ। ਉਦਾਹਰਨਾਂ ਦਿੰਦੇ ਨੇ ਵੀ ਇੱਦਾਂ ਦੇ ਸੰਸਥਾ, ਇੱਦਾਂ ਦੇ ਪ੍ਰਬੰਧ ਹੋਣੇ ਚਾਹੀਦੇ ਨੇ। ਮੈਂ ਸਿਰਫ ਇਸੇ ਕਰਕੇ ਬੇਨਤੀ ਕਰਦਾ ਹਾਂ, ਵੇਖੋ ਮੈਂ ਹਾਂ ਅੱਜ ਇੱਥੇ ਹਾਂ, ਪਤਾ ਨਹੀਂ ਕੱਲ੍ਹ ਨੂੰ ਹੋਵਾਂ ਕਿ ਨਾ। ਅਸੀਂ ਤਾਂ ਪ੍ਰਚਾਰਕ ਹਾਂ, ਅੱਜ ਹੈ ਕੱਲ੍ਹ ਹਾਂ, ਕੋਈ ਪੱਕੇ ਥੋੜ੍ਹਾ ਬੈਠੇ ਪਏ ਹਾਂ ਵੀ ਏਟੀ ਲੱਗੀ ਹੈ ਵੀ ਇੱਥੇ ਰਹਿਣਾ ਰਹਿਣਾ। ਪਰ ਮਾਲਕ ਨੇ ਕਿਰਪਾ ਕੀਤੀ, ਤੁਹਾਨੂੰ ਅਸਥਾਨ ਵੀ ਇਹ ਦਿੱਤੇ, ਤੁਹਾਡੇ ਕਾਰੋਬਾਰ ਵੀ ਇੱਥੇ। ਆਪਸ ਦੇ ਵਿੱਚ ਮਿਲ ਕੇ ਇੱਕ ਦੂਸਰੇ ਨਾਲ ਇੱਦਾਂ ਰਹੀਏ ਵੀ ਸਾਡੀ ਸੰਸਥਾ ਦੇ ਉੱਤੇ ਜਿਹੜਾ ਨਾ ਉਹ ਇਹਨੂੰ ਇੰਨਾ ਮੁੱਖ ਰੱਖ ਕੇ ਚੱਲਣਾ ਵੀ ਸੰਸਥਾ ਚੜ੍ਹਦੀ ਕਲਾ ਦੇ ਵਿੱਚ ਰਹੇ। ਇੱਕ ਦੂਸਰੇ ਨਾਲ ਮਿਲ ਕੇ ਬੜੇ ਅਦਬ ਦੇ ਨਾਲ, ਬੜੇ ਸਤਿਕਾਰ ਦੇ ਨਾਲ। ਅੰਤਰ ਵਿਰੋਧ ਹਰ ਥਾਵਾਂ ਦੇ ਉੱਤੇ ਹੁੰਦੇ ਨੇ, ਕੋਈ ਵੱਡੀ ਗੱਲ ਨਹੀਂ ਹੈ। ਹਰ ਇੱਕ ਜਾਣੇ ਦੀ ਜ਼ਰੂਰੀ ਨਹੀਂ ਵੀ ਸਾਰੇ 100% ਹੀ ਇੱਕ ਦੂਸਰੇ ਨਾਲ ਬਣਦੀ ਹੋਵੇ, ਕਦੀ ਨਹੀਂ ਬਣਦੀ ਹੁੰਦੀ, ਅਤੇ ਘਰਾਂ 'ਚ ਨਹੀਂ ਬਣਦੀ। ਬਾਹਰ ਦੀਆਂ ਤਾਂ ਗੱਲਾਂ ਹੀ ਬੜੀ ਦੂਰ ਦੀਆਂ ਨੇ, ਜ਼ਰੂਰੀ ਨਹੀਂ ਵੀ ਸਾਰਿਆਂ ਦੀ ਬਣੇ। ਪਰ ਉਸ ਨਾਮ ਬਣਨ ਦੇ ਵਿੱਚ ਵੀ ਅਸੀਂ ਕਿੱਦਾਂ ਬਣਾ ਕੇ ਚੱਲਣਾ ਹੁੰਦਾ, ਇਹ ਸਾਡੀ ਸਮਝ ਦੇ ਲੈਵਲ ਹੁੰਦੇ ਨੇ। ਦੇਖੋ ਜੀ, ਮੈਂ ਤਾਂ ਤੁਹਾਡੇ ਤੋਂ ਉਮਰ ਦੇ ਵਿੱਚ ਬੜਾ ਛੋਟਾ ਹਾਂ, ਮੈਂ ਕੁਝ ਵੀ ਨਹੀਂ ਹਾਂ। ਮੈਂ ਫੇਰ ਕਹਿ ਰਿਹਾ, ਅੱਜ ਮੈਂ ਹਾਂ, ਕੱਲ੍ਹ ਨੂੰ ਇੱਥੇ ਨਹੀਂ ਹੋਵਾਂਗਾ। ਪਰ ਇਸ ਸੰਸਥਾ ਦੀ ਚੜ੍ਹਦੀ ਕਲਾ ਦੇ ਲਈ ਹਰ ਵੇਲੇ ਅਰਦਾਸ ਹੈ। ਤੁਹਾਡਾ ਬਹੁਤ ਸਹਿਯੋਗ ਹੈ, ਸੰਗਤ ਦਾ ਬਹੁਤ ਸਹਿਯੋਗ ਹੈ, ਪ੍ਰਬੰਧ ਦਾ ਬਹੁਤ ਸਹਿਯੋਗ ਹੈ। ਮੈਨੂੰ ਕਿਸੇ ਚੀਜ਼ ਦੀ ਘਾਟ ਨਹੀਂ ਇੱਥੇ। ਪਰ ਇਹ ਦਿਨ ਸਾਡੇ ਮਨਾਏ ਇਸ ਕਰਕੇ ਸਫਲ ਨੇ, ਅਸੀਂ ਇਸ ਸੰਸਥਾ ਨੂੰ ਹੋਰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਆਈਏ, ਪ੍ਰੈਕਟੀਕਲ ਦੇ ਵਿੱਚ ਸਿੱਖੀ ਸਿਖਾਈਏ। ਜਿੰਨੇ ਵੀ ਦੀਵਾਨ ਸੱਜਦੇ ਨੇ, ਇਹਦੇ ਅੰਤਰਗਤ ਬਹੁਤ ਕੁਝ ਕੀਤਾ ਜਾਂਦਾ ਹੈ। ਤੁਸੀਂ ਸਾਰੇ ਜਾਣਦੇ ਜੇ, ਤੇ ਰੋਜ਼ ਹਾਜ਼ਰੀਆਂ ਭਰਦੇ ਨੇ। ਉਹਨਾਂ ਸਾਰਿਆਂ ਦੀ ਸ਼ਹਾਦਤ ਨੂੰ, ਜਿਹੜੇ ਇਸ ਦਿਨਾਂ ਦੇ ਵਿੱਚ ਜਾਂ ਦਰਬਾਰ ਸਾਹਿਬ ਦੇ ਲਈ ਸ਼ੁਰੂ ਤੋਂ ਲੈ ਕੇ ਜਿਸ ਵੇਲੇ ਦਰਬਾਰ ਸਾਹਿਬ ਬਣਿਆ ਹੈ ਉਸ ਤੋਂ ਲੈ ਕੇ ਅੱਜ ਤੱਕ ਜਿਹੜੇ ਵੀ ਬੰਦੇ ਨੇ ਦਰਬਾਰ ਸਾਹਿਬ ਦੇ ਲਈ ਚਾਹੇ ਜਿਉਂਦੇ ਦੀ ਚਾਹੇ ਸ਼ਹਾਦਤ ਦੇ ਕੇ ਆਪਣੇ ਆਪ ਨੂੰ ਵਾਰਿਆ ਹੈ, ਹਰ ਇੱਕ ਸਿੱਖ ਦੇ ਸਿਰ ਦੇ ਜਿਹੜਾ ਹੈ ਚਰਨਾਂ ਦੇ ਉੱਤੇ ਨਮਸਕਾਰ ਹੈ। ਹਰ ਇੱਕ ਸਿੱਖ ਨੂੰ ਸਾਡਾ ਸਜਦਾ ਹੈ।
ਸਾਡਾ ਦਰਬਾਰ ਸਾਹਿਬ ਨੂੰ ਨਮਸਕਾਰ ਹੈ। ਇਹ ਉਹਨਾਂ ਸੂਰਮਿਆਂ ਨੂੰ ਅਸੀਂ ਕੁਝ ਕੁ ਵਿਚਾਰਨ ਦੇ ਰਾਹੀਂ ਯਾਦ ਕੀਤਾ ਹੈ। ਮਹਾਰਾਜ ਕਿਰਪਾ ਕਰੇ, ਤੱਥ ਜਿਹੜੇ ਨੇ ਉਹ ਅੱਗੇ ਪਿੱਛੇ ਹੋ ਜਾਂਦੇ ਨੇ। ਮੈਂ ਕੁਝ ਗੱਲਾਂ ਆਪ ਜੀ ਦੇ ਅੱਗੇ ਰੱਖੀਆਂ ਨੇ, ਤੱਥ ਨਹੀਂ ਰੱਖੇ ਨੇ, ਮਤਲਬ ਕਿ ਮੈਂ ਪੂਰੀ ਇਸ ਪਾਸੇ ਤੋਂ ਡਿਟੇਲ ਦੇ ਵਿੱਚ ਨਹੀਂ ਗੱਲ ਕੀਤੀ ਹੈ, ਕੁਝ ਤੱਥ ਰੱਖੇ ਨੇ। ਇਸ ਕਰਕੇ ਜਿੱਦਾਂ ਵੀ ਹੋਵੇ ਇਸ ਨੂੰ ਪ੍ਰਵਾਨ ਕਰਨਾ। ਮਹਾਰਾਜ ਕਿਰਪਾ ਕਰੇ, ਆਪ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਸੰਸਥਾ ਚੜ੍ਹਦੀ ਕਲਾ ਦੇ ਵਿੱਚ ਰਵੇ। ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੌਣਕ ਲਈ ਮਹਿਲਾ ਤੀਜਾ।